ਸਕਾਈ ਚੈਨਲ 769 ਦੇਖਣ ਵਾਲੇ ਸਾਰੇ ਭੈਣਾਂ ਭਰਾਵਾਂ ਨੂੰ ਸੰਗਤ ਟੈਲੀਵਿਜ਼ਨ ਵੱਲੋਂ, ਡੈਲਸਨ ਸਲਿਸਟਰਸ ਵੱਲੋਂ, ਵਕੀਲ ਦਲਜੀਤ ਵੱਲੋਂ ਤੇ ਵਿਕੀ ਗਿੱਲ ਵੱਲੋਂ ਸਤਿ ਸ਼੍ਰੀ ਅਕਾਲ। ਅੱਜ ਬਹੁਤ ਸਾਰੀਆਂ ਗੱਲਾਂ ਇਸ ਤਰ੍ਹਾਂ ਦੀਆਂ ਡਿਸਕਸ ਕੀਤੀਆਂ ਜਾਣਗੀਆਂ ਜਿਹੜੀਆਂ ਤੁਸੀਂ ਸੁਣਨਾ ਨਹੀਂ ਚਾਹੁੰਦੇ, ਪਰ ਜ਼ਿੰਦਗੀ ਦੇ ਵਿੱਚ ਜ਼ਿੰਦਗੀ ਦੇ ਆਖਿਰ ਦੇ ਵਿੱਚ ਬਹੁਤ ਜ਼ਿਆਦਾ ਇਹ ਜ਼ਰੂਰੀ ਹੁੰਦੀਆਂ। ਉਹਦੇ ਇਲਾਵਾ ਫੈਮਿਲੀ ਲਾਅ ਦੇ ਬਾਰੇ ਗੱਲਾਂ ਹੋਣਗੀਆਂ, ਇਮੀਗ੍ਰੇਸ਼ਨ ਬਾਰੇ ਗੱਲਾਂ ਹੋਣਗੀਆਂ, ਪਰ ਅੱਜ ਕੁਝ ਨਵੀਆਂ ਚੀਜ਼ਾਂ ਵੀ ਤੁਹਾਨੂੰ ਸੁਣਨ ਵਾਸਤੇ ਮਿਲਣਗੀਆਂ। ਦਲਜੀਤ ਵਕੀਲ ਜੀ, ਵੈਰੀ ਵੈਲਕਮ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਵਿੱਕੀ, ਥੈਂਕ ਯੂ ਵੈਰੀ ਮਚ। ਲਾਕਡਾਊਨ ਦੇ ਵਿੱਚ ਵੀ ਤੁਸੀਂ ਆਏ ਹੋ, ਥੈਂਕ ਯੂ ਵੈਰੀ ਮਚ ਇੰਡੀ। ਜਿਸ ਤਰ੍ਹਾਂ ਤੁਸੀਂ ਆਏ ਹੋ ਇਸੇ ਤਰ੍ਹਾਂ ਲੋਕ ਤੁਹਾਡਾ ਇੰਤਜ਼ਾਰ ਕਰ ਰਹੇ ਸੀਗੇ। ਈਵਨ WhatsApp ਤੇ ਵੀ ਕਈ ਲੋਕਾਂ ਨੇ ਤੁਹਾਡੇ ਵਾਸਤੇ ਮੈਸੇਜ ਭੇਜੇ ਹੈ, ਜਿਨ੍ਹਾਂ ਨੇ ਈਮੇਲਸ ਕੀਤੀਆਂ ਹੈ, ਜਿਨ੍ਹਾਂ ਨੇ ਟੈਕਸਟ ਮੈਸੇजेस ਕੀਤੇ ਹੈ, ਉਹਨਾਂ ਸਭ ਦਾ ਬਹੁਤ ਬਹੁਤ ਥੈਂਕ ਯੂ। ਤੁਸੀਂ ਆਫਿਸ ਖੋਲ ਲਿਆ ਆਪਣਾ? ਹਾਂਜੀ ਵਿੱਕੀ, ਆਫਿਸ ਹਾਂਜੀ ਜਿਹੜਾ ਹਾਲ ਗ੍ਰੀਨ ਆਫਿਸ ਹੈ ਸਾਡਾ ਸਕੂਲ ਰੋਡ ਤੇ, ਉਹ ਅਸੀਂ ਹੁਣ 1 ਜੂਨ ਤੋਂ ਫੁੱਲ ਟਾਈਮ ਖੋਲਿਆ ਹੈ। ਅੱਛਾ ਜੀ, ਤੇ ਉਹ ਜਿਹੜੀਆਂ 3 ਜਗ੍ਹਾਵਾਂ ਤੇ ਤੁਸੀਂ ਜਾਂਦੇ ਹੁੰਦੇ ਸੀ ਐਡਵਾਈਸ ਸੈਂਟਰਾਂ ਤੇ? ਨਹੀਂ ਜੀ, ਹੁਣ ਜਿਹੜੇ ਕਮਿਊਨਿਟੀ ਸੈਂਟਰ ਆ ਵਿੱਕੀ ਅਸੀਂ ਉੱਥੇ ਨਹੀਂ ਜਾਂਦੇ, ਕਿਉਂਕਿ ਉੱਥੇ ਸੋਸ਼ਲ ਡਿਸਟੈਂਸਿੰਗ ਵਗੈਰਾ ਦੀ ਪ੍ਰੋਬਲਮ ਹੋ ਸਕਦੀ ਹੈ। ਬਿਕਾਜ਼ ਕਮਿਊਨਿਟੀ ਸੈਂਟਰ ਵਾਲਿਆਂ ਨੇ ਹਲੇ ਪ੍ਰੋਪਰਲੀ ਅਰੇਂਜਮੈਂਟ ਹਲੇ ਨਹੀਂ ਹੋਇਆ। ਸ਼ਹੀਦ ਊਧਮ ਸਿੰਘ ਸੈਂਟਰ ਨੂੰ ਹਲੇ ਉਹਨਾਂ ਨੇ ਨਹੀਂ ਖੋਲਿਆ, ਸੋ ਜਦੋਂ ਵੀ ਖੋਲਣਗੇ ਫਿਰ ਉਸ ਤੋਂ ਬਾਅਦ ਡਿਸਾਈਡ ਕਰਾਂਗੇ ਵੀ ਉੱਥੇ ਜਾਣਾ ਜਾਂ ਨਹੀਂ ਜਾਣਾ। ਪਰ ਜਿਹੜਾ ਮੇਰਾ ਮੇਨ ਆਫਿਸ ਆ ਹਾਲ ਗ੍ਰੀਨ ਦੇ ਵਿੱਚ 17 ਸਕੂਲ ਰੋਡ ਤੇ, ਉਹ ਅਸੀਂ ਫੁੱਲ ਟਾਈਮ 1 ਜੂਨ ਤੋਂ ਖੋਲਿਆ ਹੈ। ਮੰਡੇ ਟੂ ਫਰਾਈਡੇ ਅਸੀਂ ਉੱਥੇ ਫ੍ਰੀ ਐਡਵਾਈਸ ਦਿੰਦੇ ਹਾਂ। ਹੁਣ ਸੋ ਜੇ ਕਿਸੇ ਨੇ ਓਬਵੀਅਸਲੀ ਜੇ ਕਮਿਊਨਿਟੀ ਸੈਂਟਰ ਜੋ ਲੋਕ ਆਉਂਦੇ ਸੀਗੇ ਤਾਂ ਉਹ ਹਾਲ ਗ੍ਰੀਨ ਆਫਿਸ 'ਚ ਆ ਕੇ ਸਾਡੇ ਤੋਂ ਫ੍ਰੀ ਐਡਵਾਈਸ ਲੈ ਸਕਦੇ ਆ ਐਨੀ ਟਾਈਮ, ਮੰਡੇ ਟੂ ਫਰਾਈਡੇ 9 to 5 ਦੇ ਵਿੱਚ। That's fantastic, absolutely। ਸੰਗਤ ਟੈਲੀਵਿਜ਼ਨ ਔਰ ਡੈਲਸਨ ਸਲਿਸਟਰ ਚਾਹੁੰਦਾ ਹੈ ਕਿ ਹਰ ਕੋਈ ਇਸ ਮੁਲਕ ਦੇ ਵਿੱਚ ਸੈਲਫ ਰਿਸਪੈਕਟ ਦੇ ਨਾਲ ਪੱਕਾ ਹੋ ਕੇ ਰਵੇ। ਦੇਖੋ ਹੁਣ ਕਿੰਨਾ ਮੁਸ਼ਕਿਲ ਟਾਈਮ ਹੈ, ਔਰ ਐਸੇ ਲੋਕ ਜਿਨ੍ਹਾਂ ਦਾ ਕਿਆਮ ਪੱਕਾ ਨਹੀਂ ਹੈ ਉਹ ਕਿੰਨੀ ਮੁਸ਼ਕਿਲ ਦੇ ਨਾਲ ਉਹਨਾਂ ਦੀ ਜ਼ਿੰਦਗੀ ਬਿਤਾਈ ਹੋਏਗੀ। ਦੇਖੋ ਇੱਕ ਤਾਂ ਨੌਕਰੀਆਂ ਖਤਮ, ਬੈਨੀਫਿਟ ਕੋਈ ਲੈ ਨਹੀਂ ਸਕਦਾ, ਕਿਰਾਏਦਾਰ ਜਿਹੜੇ ਹੈ ਉਹਨਾਂ ਮਕਾਨ ਮਾਲਕ ਨੇ ਤਾਂ ਆ ਕੇ ਆਪਣੇ ਪੈਸੇ ਪੂਰੇ ਲੈਣੇ। ਤੇ ਮਕਾਨ ਮਾਲਕਾਂ ਲਈ ਵੀ ਵਿੱਕੀ ਬੜੀ ਵੱਡੀ ਪ੍ਰੋਬਲਮ ਆ, ਇਲੀਗਲ ਬੰਦੇ ਨੂੰ ਘਰ ਦੇਣਾ, ਉਹ ਦੇ ਕੇ ਉਹਨਾਂ ਦੇ ਸਿਰ ਤੇ ਫਿਰ ਤਲਵਾਰ ਲਟਕਦੀ ਰਹਿੰਦੀ ਹੈ, ਆਲ ਦ ਟਾਈਮ ਲਟਕਦੀ ਹੈ। ਔਰ ਗਲਤ ਮਲਤ ਲੋਕਾਂ ਦੇ ਚੱਕਰਾਂ ਦੇ ਵਿੱਚ ਆਣਾ ਨਹੀਂ ਚਾਹੀਦਾ ਬੰਦੇ ਨੂੰ। ਜੋ ਤੁਹਾਨੂੰ ਕਹਿੰਦੇ ਉਂਝੀ ਲੈ ਲਓ, ਉਹੀ ਬੰਦੇ ਹੋਣਗੇ ਜਿਹੜੇ ਤੁਹਾਨੂੰ ਫਸਾਣਗੇ। ਜੀ ਹੁਣ ਅਸੀਂ ਇੱਕ ਤੁਹਾਡੇ ਕੋਲੋਂ ਮੈਂ ਮਾਫੀ ਕੇ ਸਾਥ ਸਵਾਲ ਪੁੱਛਣਾ ਚਾਹਨਾ। ਅਸੀਂ ਚਾਹੁੰਦੇ ਹਾਂ ਵੀ ਹਰ ਕੋਈ 100 ਸਾਲ ਤੋਂ ਵੀ ਜ਼ਿਆਦਾ ਜੀਵੇ, ਔਰ ਸਾਰਿਆਂ ਦਾ ਜੋ ਆਸ਼ੀਰਵਾਦ ਹੈ ਉਹ ਡੈਲਸਨ ਸਲਿਸਟਰਸ ਤੇ ਔਰ ਸੰਗਤ ਟੀਵੀ ਦੇ ਸਿਰ ਤੇ ਰਵੇ, ਔਰ ਮੇਰੇ ਵੀ ਰਵੇ। ਵਸੀਅਤ ਬਾਰੇ ਬਹੁਤ ਸਾਰੀਆਂ ਗੱਲਾਂ ਹੈ ਜਿਹੜੀਆਂ ਕਿ ਅਸੀਂ ਗੱਲ ਵੀ ਨਹੀਂ ਕਰਨਾ ਚਾਹੁੰਦੇ ਬਹੁਤ ਸੇ ਲੋਕ, ਔਰ ਲੋਕ ਸੋਚਦੇ हैं ਜਦੋਂ ਵਸੀਅਤ ਬਣਾਈ ਤੇ ਇਹਦਾ ਮਤਲਬ ਜ਼ਿੰਦਗੀ ਖਤਮ। ਵਸੀਅਤ ਬਣਾਣੀ ਕਿਉਂ ਜ਼ਰੂਰੀ ਹੈ? ਜੀ ਵਿੱਕੀ, ਵਸੀਅਤ ਬਣਾਉਣੀ ਇਸ ਕਰਕੇ ਜ਼ਰੂਰੀ ਆ ਕਿ ਜੋ ਵੀ ਤੁਸੀਂ ਪਿੱਛੇ ਪੈਸਾ, ਪ੍ਰਾਪਰਟੀ, ਕੁਝ ਵੀ ਤੁਸੀਂ ਛੱਡ ਕੇ ਜਾਂਦੇ ਆ ਮਰਨ ਤੋਂ ਬਾਅਦ, ਉਹ ਤੁਸੀਂ ਆਪਣੀ ਇੱਛਾ ਦੇ ਨਾਲ ਜਿਹਨੂੰ ਦੇਣਾ ਚਾਹੁੰਦੇ, ਆਪਣੀ ਵਿਸ਼ ਦੇ ਨਾਲ, ਜੋ ਤੁਹਾਡੀ ਲਾਸਟ ਇੱਛਾ ਹੈ, ਲਾਸਟ ਵਿਸ਼ ਹੈਗੀ ਆ, ਉਹਦੇ ਹਿਸਾਬ ਦੇ ਨਾਲ ਜੋ ਵੀ ਤੁਸੀਂ ਕਰਨਾ ਚਾਹੁੰਦੇ ਆ ਉਹਦੇ ਹਿਸਾਬ ਨਾਲ ਹੋਏਗਾ। ਜੇ ਤੁਸੀਂ ਵਸੀਅਤ ਨਹੀਂ ਬਣਾਉਂਦੇ ਤਾਂ ਉਹ ਪ੍ਰਾਪਰਟੀ ਹੈ ਜਿਹੜੀ ਤੁਹਾਡੀ, ਜਿਹੜੀ ਫੈਮਿਲੀ ਆ, ਉਹਨਾਂ ਨੂੰ ਵੀ ਮਤਲਬ ਕੋਰਟ ਦੇ ਵਿੱਚ ਜਾ ਕੇ ਲੈਣੀ ਪੈਗੀ, ਪ੍ਰੋਬੇਟ ਦੇ ਥਰੂ, ਕੰਪਲੀਕੇਸ਼ਨਸ ਹੁੰਦੀਆਂ ਆ। ਲੋਕੀ ਆਟੋਮੈਟਿਕਲੀ ਸੋਚਦੇ ਆ ਕਿ ਜੇ ਅਸੀਂ ਨਹੀਂ ਵਸੀਅਤ ਬਣਾਉਂਦੇ ਤਾਂ ਆਟੋਮੈਟਿਕਲੀ ਸਾਡੀ ਫੈਮਿਲੀ ਨੂੰ ਜਾਂਦੀ ਹੈ। ਇਸ ਤਰ੍ਹਾਂ ਨਹੀਂ ਹੁੰਦਾ, ਇਹਦੇ ਵਿੱਚ ਕੰਪਲੀਕੇਸ਼ਨਸ ਹੋ ਸਕਦੀਆਂ। ਪਰ ਸੇਫੈਸਟ ਐਡਵਾਈਸ ਜਿਹੜੀ ਅਸੀਂ ਦਿੰਦੇ ਆ ਕਿ ਤੁਸੀਂ ਆਪਣੀ ਵਸੀਅਤ ਜ਼ਰੂਰ ਬਣਾਓ। ਸਪੈਸ਼ਲੀ ਹੁਣ ਜਿਹੜਾ COVID-19 ਕਰਕੇ ਦੇਖੋ ਕਿੰਨੇ ਸਾਰੇ ਲੋਕਾਂ ਦੀ ਸਡਨ ਡੈਥ ਹੋ ਗਈ ਹੈ, ਤਾਂ ਹੁਣ ਜੇ ਉਹਨਾਂ ਨੇ ਵਸੀਅਤ ਨਹੀਂ ਬਣਾਈ ਹੋਈ, ਹੁਣ ਆਪਾਂ ਸੋਚਦੇ ਆ ਲਾਈਕ ਮੀ ਐਂਡ ਯੂ, ਅਸੀਂ ਸੋਚਦੇ ਹਾਂ ਅਸੀਂ ਤਾਂ ਹਲੇ ਯੰਗ ਆ, ਸਾਨੂੰ ਤਾਂ ਜ਼ਰੂਰਤ ਨਹੀਂ ਹੈ ਵਸੀਅਤ ਬਣਾਉਣ ਦੀ। ਪਰ ਇਸ ਤਰ੍ਹਾਂ ਆਈ ਥਿੰਕ ਸਾਨੂੰ ਨਹੀਂ ਸੋਚਣਾ ਚਾਹੀਦਾ। ਵੀ ਸ਼ੁਡ ਆਲਵੇਜ਼ ਮੇਕ ਪ੍ਰੋਵੀਜ਼ਨਸ ਕਿ ਅਸੀਂ ਜਿਹੜੀ ਸਾਡੀ ਪ੍ਰਾਪਰਟੀ ਹੈ ਪਿੱਛੇ, ਜਾਂ ਪੈਸਾ, ਬੈਂਕ ਬੈਲੈਂਸ, ਜੋ ਗੋਲਡ ਜੋ ਵੀ ਹੈਗਾ, ਉਹ ਅਸੀਂ ਕਿਹਨੂੰ ਦੇਣਾ ਚਾਹੁੰਦੇ ਆ। ਇਹ ਸਿਰਫ 2 ਪੇਜਾਂ ਦੀ ਗੱਲ ਆ ਜਿਹੜੀ ਲਿਖਣੀ ਹੁੰਦੀ ਹੈ, ਜਾਂ ਇੱਕ ਵਿਟਨੈਸ ਚਾਹੀਦਾ ਆ ਕਿ ਅਸੀਂ ਕਿਹਨੂੰ ਦੇਣਾ ਚਾਹੁੰਦੇ ਹਾਂ। ਵੀ ਸ਼ੁਡ ਆਲਵੇਜ਼ ਮੇਕ ਪ੍ਰੋਵੀਜ਼ਨਸ ਫॉर ਇਟ। ਤੇ ਜਿਹੜੇ, ਕਿਉਂਕਿ ਜੇ ਨਹੀਂ ਵਸੀਅਤ ਬਣੀ ਹੋਏਗੀ ਤਾਂ ਫਿਰ ਸਾਡੀ ਜਿਹੜੀ ਫੈਮਿਲੀ ਹੈ ਪਿੱਛੇ ਆਪਸ ਦੇ ਵਿੱਚ ਉਹ ਲੜਾਈ ਹੋ ਸਕਦੀ ਹੈ, ਉਹਨਾਂ ਦੀ ਹੋਰ ਕੰਪਲੀਕੇਸ਼ਨਸ ਪੈਦਾ ਹੋ ਸਕਦੀਆਂ, ਜਿਹੜੀ ਪ੍ਰਾਪਰਟੀ ਉਹ ਸਟੇਟ ਨੂੰ ਜਾ ਸਕਦੀ ਹੈ। ਪਰ ਇਸ ਤਰ੍ਹਾਂ ਦੇ ਸੋ ਜਿਹੜੀ ਜੇ ਤੁਸੀਂ ਵਸੀਅਤ ਦੇ ਜਿਹੜੀਆਂ ਥੋੜ੍ਹੀਆਂ ਜਿਹੀਆਂ ਕੰਡੀਸ਼ਨਾਂ ਹੁੰਦੀਆਂ ਕਿ ਤੁਸੀਂ ਓਵਰ 18 ਹੋਣੇ ਚਾਹੀਦੇ, ਤਾਂ ਜਿਹੜੀ ਤੁਹਾਡੀ ਯੂ ਆਰ ਇਨ ਫਿਟ ਸਟੇਟ ਆਫ ਮਾਈਂਡ, ਕਿ ਤੁਸੀਂ ਮੈਂਟਲ ਕਪੈਸਿਟੀ ਹੈ ਜਿਹੜੀ ਉਹ ਤੁਹਾਡੀ ਹੋਣੀ ਚਾਹੀਦੀ ਹੈ, ਜਿਹੜੀ ਮੈਂਟਲੀ ਤੁਸੀਂ ਫਿਟ ਹੋਣੇ ਚਾਹੀਦੇ ਆ, ਤਾਂ ਉਹ ਤੁਸੀਂ ਇਨਸਟਰਕਸ਼ਨਸ ਦੇ ਸਕੋ ਕਿ ਵਸੀਅਤ ਦੇ ਵਿੱਚ ਕੀ ਲਿਖਣਾ ਚਾਹੁੰਦੇ। ਇਸ ਤਰ੍ਹਾਂ ਦੀਆਂ ਕੰਡੀਸ਼ਨਾਂ ਹੁੰਦੀਆਂ ਆ, ਹੋਰ ਇਹਦੇ ਵਿੱਚ ਕੋਈ ਵੱਡੀ ਗੱਲ ਨਹੀਂ ਹੁੰਦੀ। ਅੱਛਾ ਜੀ, ਤਾਂ ਅਸੀਂ ਸਾਡੇ ਦਰਸ਼ਕਾਂ ਨੂੰ ਦੱਸਦੇ ਵੀ ਜੇ ਤੁਸੀਂ ਵਸੀਅਤ ਬਣਵਾਉਣੀ ਚਾਹੁੰਦੇ ਆ ਤਾਂ ਉਹਦੇ ਵਾਸਤੇ ਸਾਨੂੰ ਇੱਕ ਤੁਹਾਡੀ ID ਦੀ ਜ਼ਰੂਰਤ ਹੁੰਦੀ ਹੈ, ਪ੍ਰੂਫ ਆਫ ਐਡਰੈਸ ਲੈਟਰ ਚਾਹੀਦਾ ਹੁੰਦਾ
ਜੀ ਤਾਂ ਉਸ ਤੋਂ ਬਾਅਦ ਤੁਸੀਂ ਇਨਸਟਰਕਸ਼ਨਸ ਦੇ ਸਕਦੇ ਸਾਨੂੰ ਕਿ ਕੀ ਤੁਸੀਂ ਲਿਖਣਾ ਚਾਹੁੰਦੇ ਹੋ ਵਸੀਅਤ ਦੇ ਵਿੱਚ, ਤਾਂ ਅਸੀਂ ਤੁਹਾਡੀ ਇਨਸਟਰਕਸ਼ਨ ਦੇ ਹਿਸਾਬ ਦੇ ਨਾਲ ਤਿਆਰ ਕਰਦੇ ਹਾਂ, ਜਾਂ ਤੁਸੀਂ ਕਿਤੋਂ ਹੋਰ ਵੀ ਬਣਵਾਉਣੀ ਹੈ ਪਰ ਬਣਵਾ ਕੇ ਰੱਖੋ ਜ਼ਰੂਰ। ਦੈਟਸ ਵੈਰੀ ਟਰੂ। ਜਦੋਂ ਅਸੀਂ ਇੰਗਲੈਂਡ ਵਿੱਚ ਰਹਿੰਦੇ ਹੋਏ ਵਸੀਅਤ ਬਣਾਉਂਦੇ ਹਾਂ ਜੀ, ਅੱਜ ਸਾਡੇ ਐਸੈਟਸ ਇੰਡੀਆ ਵਿੱਚ ਵੀ ਹੈ, ਜੀ, ਤਾਂ ਕਿਆ ਅਸੀਂ ਉਹਨੂੰ ਵੀ ਇਨਵੋਲਵ ਕਰ ਸਕਦੇ ਹਾਂ, ਤੇ ਕਿਆ ਇੱਥੇ ਦੀ ਵਸੀਅਤ ਉੱਥੇ ਲਾਗੂ ਹੋਏਗੀ? ਨਹੀਂ, ਇਦਾਂ ਵਿਕੀ ਇਦਾਂ ਹੈ ਜਿੱਦਾਂ ਆਪਾਂ ਇੱਕ ਵਾਰੀ ਲਾਸਟ ਵੀ ਇੱਕ ਸ਼ੋਅ ਦੇ ਵਿੱਚ ਗੱਲ ਕੀਤੀ ਸੀ ਕਿ ਜਿਹੜੀ ਤੁਹਾਡੀ ਪ੍ਰਾਪਰਟੀ, ਕਿਉਂਕਿ ਜਿੰਨਾ ਕਿ ਮੈਨੂੰ ਐਕਸਪੀਰੀਅੰਸ ਹੈਗਾ ਡਿਵੋਰਸ ਦੇ ਕੇਸਿਸ ਤੋਂ ਨਾ, ਜਿਹੜੀ ਤੁਹਾਡੀ ਪ੍ਰਾਪਰਟੀ ਇੰਡੀਆ ਦੇ ਵਿੱਚ ਹੈਗੀ ਆ ਉਹਦੀ ਵਸੀਅਤ ਤੁਸੀਂ ਇੱਥੋਂ ਬਣਵਾ ਸਕਦੇ ਆ, ਪਰ ਸੈਪਰੇਟ ਬਣਵਾਓ। ਰਾਈਟ। ਵਾਈ? ਬਿਕਾਜ਼ ਉਹ ਸੈਪਰੇਟ ਕੇਸ ਹੋਊਗਾ। ਅੱਛਾ ਜੀ, ਠੀਕ ਹੈ ਨਾ, ਉਹ ਇੰਡੀਆ ਦੇ ਵਿੱਚ ਲੜਿਆ ਜਾਊਗਾ। ਠੀਕ ਹੈ। ਜਿਹੜਾ ਇੰਡੀਆ ਦੀ ਪ੍ਰਾਪਰਟੀ ਦੇ ਨਾਲ, ਠੀਕ ਹੈ। ਮੰਨ ਲਓ ਉਹਦਾ ਕੱਲ ਨੂੰ ਕੋਈ ਰੌਲਾ ਪੈਂਦਾ ਆ, ਤਾਂ ਇੱਥੇ ਦੀਆਂ ਜਿਹੜੀਆਂ ਕੋਰਟਸ ਹੈਗੀਆਂ ਉਹਨਾਂ ਕੋਲੇ ਇੰਡੀਆ ਵਾਲੀ ਪ੍ਰਾਪਰਟੀ ਦੇ ਉੱਪਰ ਕੋਈ ਜੂਰਿਸਡਿਕਸ਼ਨ ਨਹੀਂ ਹੈਗਾ ਟੂ ਡੀਲ ਵਿਦ ਦਾ ਪ੍ਰਾਪਰਟੀ। ਠੀਕ ਹੈ ਜੀ। ਠੀਕ ਹੈ, ਜਿਹੜੀ ਇੰਗਲੈਂਡ ਦੀ ਕੋਰਟ ਆ ਉਹ ਇੰਗਲੈਂਡ ਦੇ ਵਿੱਚ ਜਿਹੜੀ ਪ੍ਰਾਪਰਟੀ ਆ ਉਹਦੇ ਬਾਰੇ ਚ ਹੀ ਡਿਸਾਈਡ ਕਰ ਸਕਦੀ ਹੈ। ਠੀਕ ਹੈ ਜੀ। ਜਿਹੜੀ ਇੰਡੀਆ ਦੇ ਵਿੱਚ ਤੁਹਾਡੀ ਪ੍ਰਾਪਰਟੀ ਆ, ਬੈਂਕ ਬੈਲੈਂਸ ਆ, ਕੁਝ ਵੀ ਆ, ਤੁਸੀਂ ਉਹਦੀ ਵਸੀਅਤ ਦੀ ਕਾਪੀ ਇੰਡੀਆ 'ਚ ਰੱਖੋ, ਉਹਦਾ ਪ੍ਰੋਵੀਜ਼ਨਸ ਇੰਡੀਆ 'ਚ ਬਣਾਓ। ਹੋ ਸਕਦਾ ਵਸੀਅਤ ਵੀ ਉੱਥੇ ਬਣਾ ਲਓ, ਪਰ ਜੇ ਤੁਸੀਂ ਇੰਡੀਆ ਮੰਨ ਲਓ ਗਏ ਨਹੀਂ ਜਾਂਦੇ ਤਾਂ ਤੁਸੀਂ ਇੱਥੇ ਬਣਾ ਲਓ। ਉਹ ਵਸੀਅਤ ਜਿਹੜੀ ਇੰਡੀਆ ਦੇ ਵਿੱਚ ਵੈਲਿਡ ਹੋਏਗੀ, ਇੰਡੀਅਨ ਕੋਰਟਸ ਦੇ ਵਿੱਚ ਵੈਲਿਡ ਹੋਏਗੀ ਜੀ। ਤੁਸੀਂ ਉਸ ਵਸੀਅਤ ਨੂੰ ਵਕੀਲ ਦੇ ਸਾਹਮਣੇ ਸਾਈਨ ਕਰ ਸਕਦੇ ਹੋ, ਜਾਂ ਤੁਸੀਂ ਆਪਣੇ ਇੰਡੀਅਨ ਕੌਂਸੂਲੇਟ ਦੇ ਸਾਹਮਣੇ ਵੀ ਸਾਈਨ ਕਰ ਸਕਦੇ ਹੋ। ਠੀਕ ਹੈ। ਫੋਰਨ ਐਂਡ ਕਾਮਨਵੈਲਥ ਆਫਿਸ ਤੋਂ ਉਸ ਤੋਂ ਬਾਅਦ ਤੁਸੀਂ ਸਰਟੀਫਾਈ ਕਰਾ ਸਕਦੇ ਹੋ। ਪਰ ਤੁਹਾਨੂੰ ਵਸੀਅਤ ਜ਼ਰੂਰ ਬਣਾਉਣੀ ਚਾਹੀਦੀ ਹੈ, ਬੇਸ਼ੱਕ ਤੁਹਾਡੀ प्रॉपर्टी ਇੱਥੇ ਆ ਜਾਂ इंडिया ਦੇ ਵਿੱਚ। दलसन सोलिसिटर्स के ही माहिर वकील दलजीत जी के साथ आपकी बातचीत हो रही है। ਤੁਹਾਡਾ ਕਿਸੇ ਤਰ੍ਹਾਂ ਦਾ कोई भी केस है, इमिग्रेशन का है, फैमिली लॉ का है, वसीयत का है, तलाक का है, डलसन सोलिसिटर ਨੂੰ ਕਦੇ ਵੀ ਨਾ ਭੁੱਲੋ। ਡਲਸਨ सोलिसिटर ਨੂੰ ਕੰਟੈਕਟ ਕਰਨ ਵਾਸਤੇ ਜੋ ਸੰਗਤ ਟੈਲੀਵਿਜ਼ਨ ਦਾ ਟੈਲੀਫੋਨ ਨੰਬਰ ਹੈ ਰਿਸੈਪਸ਼ਨ ਦਾ, ਉੱਥੇ ਤੁਸੀਂ ਟੈਲੀਫੋਨ ਕਰ ਸਕਦੇ ਹੋ। ਔਰ ਅੱਜ ਕੱਲ ਆਫਿਸ ਖੁੱਲ ਚੁੱਕਿਆ ਹੈ ਡਲਸਨ सोलिसिटर का। ਹਾਂਜੀ, WhatsApp ਦਾ ਵੀ ਵਿਕੀ ਮੈਂਸ਼ਨ ਕਰ ਦਿਆ ਆਪਾਂ ਕਿ WhatsApp ਦਾ ਜਿਹੜਾ ਸਕਰੀਨ ਤੇ ਨੰਬਰ ਪਲੇ ਹੋ ਰਿਹਾ ਨਾ ਜੀ, ਉਹਦੇ ਤੇ ਕੋਈ ਵੀ ਤੁਹਾਡਾ ਸਵਾਲ ਹੈ ਤੁਸੀਂ WhatsApp ਤੇ ਸਾਡੇ ਲਈ ਮੈਸੇਜ ਭੇਜ ਸਕਦੇ ਹੋ। ਠੀਕ ਹੈ ਜੀ। ਹਾਂਜੀ, ਤੁਸੀਂ ਇਹ ਜ਼ਰੂਰ ਮੈਂਸ਼ਨ ਕਰਿਓ ਵੀ ਲੀਗਲ ਗਾਈਡੈਂਸ ਪ੍ਰੋਗਰਾਮ ਅਸੀਂ ਤੁਹਾਡਾ ਦੇਖਿਆ ਸੀ ਤਾਂ ਉਹਦੇ ਵਿੱਚ ਸਾਨੂੰ ਆਹ ਸਵਾਲ ਹੈ, ਅਸੀਂ ਅਗਲੇ ਪ੍ਰੋਗਰਾਮ ਦੇ ਵਿੱਚ ਕੋਸ਼ਿਸ਼ ਕਰਾਂਗੇ ਤੁਹਾਡੇ ਸਵਾਲ ਦਾ ਜਵਾਬ ਦੇਣ ਦੀ। ਤੁਹਾਨੂੰ ਜਵਾਬ ਮਿਲ ਜਾਏਗਾ ਡੈਫੀਨੇਟਲੀ। ਅੱਜ ਕੱਲ੍ਹ ਕਮਿਊਨਿਟੀ ਸੈਂਟਰ ਤੇ ਸੋਸ਼ਲ ਡਿਸਟੈਂਸਿੰਗ ਦੀ ਵਜ੍ਹਾ ਕਰਕੇ ਨਹੀਂ ਜਾਇਆ ਜਾ ਰਿਹਾ, ਤਾਂ ਜਾਂ ਤਾਂ ਆਫਿਸ ਤਸ਼ਰੀਫ ਲੈ ਕੇ ਜਾਓ ਜਾਂ ਫਿਰ ਸੰਗਤ ਟੈਲੀਵਿਜ਼ਨ ਤੇ ਫੋਨ ਕਰੋ। ਹੁਣ ਵਸੀਅਤ ਇੱਕ ਵਾਰੀ ਬਣਾ ਲਈ ਜੀ, ਫਿਰ ਅਸੀਂ ਉਹਦਾ ਕੀ ਕਰੀਏ? ਤੁਸੀਂ ਵਸੀਅਤ ਬਣਾ ਕੇ ਆਪਣੇ ਕੋਲੇ ਕਾਪੀ, ਜਿਹੜੀ ਵਸੀਅਤ ਹੁੰਦੀ ਹੈ ਨਾ ਵੀ ਇਹਦੇ ਵਿੱਚ ਇੱਕ ਇਨਸਾਨ ਨੂੰ ਤੁਸੀਂ ਚੁਣਨਾ ਆ ਕਿ ਜੋ ਤੁਹਾਡੇ ਮਰਨ ਤੋਂ ਬਾਅਦ ਜਿਹੜੀ ਵਸੀਅਤ ਦੇ ਵਿੱਚ ਜੋ ਕੁਝ ਲਿਖਿਆ ਹੈ ਨਾ ਉਸ ਚੀਜ਼ ਨੂੰ ਇੰਪਲੀਕੇਟ ਕਰੇਗਾ, ਉਹ ਬੰਦਾ ਉਸ ਚੀਜ਼ ਨੂੰ ਪ੍ਰੈਕਟੀਕਲੀ ਫੋਲੋ ਕਰੇਗਾ। ਦਲਜੀਤ ਜੀ, ਡਰ ਵੀ ਤਾਂ ਲੱਗਦਾ ਨਾ ਹੈ, ਵਸੀਅਤ ਬਣਾ ਲਈ ਜਿਹਦੇ ਨਾਂ ਕੀਤਾ, ਜੇ ਉਹ ਨਹੀਂ ਸਾਨੂੰ ਗੱਡੀ ਚੜਾਤਾ ਫਿਰ ਇੰਜ ਹੋਇਆ ਹੈ। I'm not making it up. I understand ਵਿਕੀ, ਪਰ ਤੁਸੀਂ ਉਹਨੂੰ ਨਾ, ਜੇ ਤੁਹਾਨੂੰ ਉਹਦੇ ਤੇ ਟਰਸਟ ਨਹੀਂ ਹੈਗਾ ਤੁਸੀਂ ਉਹਨੂੰ ਨਾ ਦੱਸੋ। ਕਿਸੇ ਥਰਡ ਪਰਸਨ ਨੂੰ ਤੁਸੀਂ ਐਗਜ਼ੈਕਟਿਵ ਬਣਾਓ ਨਾ। ਐਗਜ਼ੈਕਟਿਵ ਚੁਣਨਾ ਪੈਂਦਾ ਇੱਕ ਵਸੀਅਤ ਦੇ ਵਿੱਚ। ਉਹਦੇ ਵਿੱਚ ਇਹ ਹੁੰਦਾ ਕਿ ਮੈਂ ਜਿਹਨੂੰ ਤੁਸੀਂ ਟਰਸਟ ਕਰਦੇ ਆ ਜੀ, ਠੀਕ ਹੈ ਨਾ। ਮੰਨ ਲਓ ਤੁਹਾਡਾ ਇੱਕ ਬੇਟਾ, ਤੁਸੀਂ ਉਹਨੂੰ ਟਰਸਟ ਨਹੀਂ ਕਰਦੇ ਪਰ ਤੁਸੀਂ ਆਪਣੀ ਬੇਟੀ ਨੂੰ ਟਰਸਟ ਕਰਦੇ ਹੋ, ਪਰ ਪ੍ਰਾਪਰਟੀ ਤੁਸੀਂ ਆਪਣੇ ਬੇਟੇ ਲਈ ਛੱਡ ਕੇ ਜਾਣਾ ਚਾਹੁੰਦੇ ਹੋ, ਠੀਕ ਹੈ ਨਾ ਜੀ, ਤਾਂ ਕਿ ਤੁਹਾਡੇ ਜਾਣ ਤੋਂ ਬਾਅਦ ਤੁਹਾਡਾ ਬੇਟਾ ਬੇਘਰ ਨਾ ਹੋ ਜਾਵੇ ਜਾਂ ਵਟਐਵਰ। ਸੋ ਤੁਸੀਂ ਆਪਣੀ ਬੇਟੀ ਦੇ ਨੂੰ ਐਗਜ਼ੈਕਟਿਵ ਬਣਾ ਦਿਓ ਆਪਣਾ ਕਿ ਮੇਰਾ ਜਿਹੜਾ ਐਗਜ਼ੈਕਟਿਵ ਹੈ ਮੇਰੀ ਬੇਟੀ ਹੈ, ਪਰ ਜਿਹੜਾ ਮੇਰਾ ਘਰ ਆ ਜਾਂ ਪ੍ਰਾਪਰਟੀ ਹੈ ਮੈਂ ਆਪਣੇ ਬੇਟੇ ਨੂੰ ਦੇਣਾ ਚਾਹੁੰਦਾ ਹਾਂ। ਰਾਈਟ। ਤਾਂ ਫਿਰ ਜਦੋਂ ਤੁਹਾਡੇ ਮਰਨ ਤੇ ਜਿਹੜੀ ਵਸੀਅਤ ਦੀ ਕਾਪੀ ਤੁਸੀਂ ਬੇਟੀ ਕੋਲੇ ਰੱਖ ਦਿਓ, ਠੀਕ ਹੈ, ਤਾਂ ਮੇਰੇ ਮਰਨ ਤੋਂ ਬਾਅਦ ਤਾਂ ਜਿਹੜੀ ਉਹ ਮੁੰਡੇ ਨੂੰ ਦੇ ਦੇਣਾ ਤੇ ਜੋ ਵੀ ਹੋਏਗਾ ਪ੍ਰੈਕਟੀਕਲੀ ਉਹ ਫੋਲੋ ਕਰਨਗੇ। ਉਹਨਾਂ ਲੋਕਾਂ ਨੂੰ ਕਹਿ ਦਿਓ ਵੀ ਜਦੋਂ ਮੈਂ ਮਰਾਂ ਤਾਂ ਫਿਰ ਆ ਜਾਣਾ। ਹਾਂਜੀ, ਜਿਹੜੀ ਇਸ ਤਰ੍ਹਾਂ ਦੀ ਕੰਪਲਿਕੇਸ਼ਨਸ ਹੁੰਦੀਆਂ ਨੇ ਨਾ, ਤਾਂ ਜਦੋਂ ਆ ਕੇ ਲੋਕੀ ਸਾਡੇ ਨਾਲ ਡਿਸਕਸ ਕਰਦੇ ਨੇ ਤਾਂ ਫਿਰ ਅਸੀਂ ਉਹਨਾਂ ਨੂੰ ਐਡਵਾਈਸ ਕਰਦੇ ਹਾਂ ਵੀ ਤੁਸੀਂ ਇਦਾਂ ਆਹ ਤਰੀਕਾ ਬੈਸਟ ਹੈ, ਠੀਕ ਹੈ, ਜਾਂ ਤੁਸੀਂ ਸਾਡੇ ਕੋਲ ਕਾਪੀ ਛੱਡ ਦਿਓ, ਤੁਸੀਂ ਆਪਣੇ ਬੈਂਕ ਨੂੰ ਦੇ ਸਕਦੇ ਆ। ਪਹਿਲਾਂ ਬੈਂਕ ਵੀ ਰੱਖ ਲੈਂਦੇ ਹੁੰਦੇ ਸੀ, ਤਾਂ ਤੁਸੀਂ ਸਾਡੇ ਕੋਲ ਕਾਪੀ ਛੱਡ ਸਕਦੇ ਆ, ਤੁਹਾਡੀ ਫੈਮਿਲੀ ਸਾਨੂੰ ਕੰਟੈਕਟ ਕਰ ਸਕਦੀ ਹੈ ਜੀ। ਫਿਰ ਇਸ ਤਰ੍ਹਾਂ ਦੇ ਹੁਣ ਕਈ ਵਾਰ ਜਦੋਂ ਇਨਸਾਨ ਦੀ ਡੈਥ ਹੋਣ ਤੋਂ ਬਾਅਦ ਨਾ, ਜਦੋਂ ਸਾਡੇ ਸਾਹਮਣੇ ਵਸੀਅਤ ਸਾਈਨ ਕੀਤੀ ਹੁੰਦੀ ਹੈ ਤਾਂ ਕੋਰਟ ਸਾਨੂੰ ਵੀ ਕੰਟੈਕਟ ਕਰਦੀ ਹੈ ਕਿ ਤੁਸੀਂ ਆ ਵਿਟਨੈਸ ਕੀਤੀ ਸੀ ਵਸੀਅਤ ਜੋ ਇਹਦੇ 'ਚ ਲਿਖਿਆ ਆ। ਜਦੋਂ ਉਹਨਾਂ ਨੇ ਇਨਸਟਰਕਸ਼ਨਸ ਦਿੱਤੀਆਂ ਸੀ, ਵਾਜ਼ ਹੀ ਇਨ ਅ ਸਾਊਂਡ ਮਾਈਂਡ ਐਂਡ ਹੀ ਵਾਜ਼ ਹੈਪੀ ਟੂ ਗਿਵ ਦਿਸ ਟੂ ਹਿਮ ਜੀ,
ਐਂਡ ਫਿਰ ਐਜ਼ ਅ ਵਿਟਨੈਸ ਸਾਨੂੰ ਉੱਥੇ ਕੋਰਟ ਦੇ ਵਿੱਚ ਸਟੇਟਮੈਂਟ ਦੇਣੀ ਪੈਂਦੀ ਹੈ। ਠੀਕ ਹੈ ਜੀ। ਰਮਨਦੀਪ ਜੀ, ਤੁਸੀਂ ਪ੍ਰੋਗਰਾਮ ਦੇਖਦੇ ਰਹਿਣਾ। ਤੁਹਾਡੇ ਟੈਕਸਟ ਮੈਸੇਜ ਕਰਨ ਦਾ ਬਹੁਤ ਥੈਂਕ ਯੂ। ਟੈਕਸਟ ਮੈਸੇਜ ਸਾਨੂੰ ਮਿਲ ਗਿਆ, ਹੁਣੇ ਥੋੜੀ ਦੇਰ ਤੱਕ ਉਹਦੇ ਬਾਰੇ ਵੀ ਪੁੱਛਿਆ ਜਾਏਗਾ। ਔਰ ਇਸ ਵੇਲੇ ਤੁਸੀਂ ਲੀਗਲ ਗਾਈਡੈਂਸ ਪ੍ਰੋਗਰਾਮ ਦੇਖ ਰਹੇ ਹੋ ਸਕਾਈ ਚੈਨਲ 769 ਸੰਗਤ ਟੈਲੀਵਿਜ਼ਨ ਤੇ। ਔਰ ਸੰਗਤ ਦੀ ਸੰਗਤ ਵਿੱਚ ਯੂ ਆਰ ਐਬਸੋल्युटली इन द सेफ हैंड्स। डलसन सलिसिटर्स ये प्रोग्राम करवा रहे हैं जिन्हों का हॉल ग्रीन का ऑफिस हुण खुल गया है और जड़े कम्यूनिटी सेंटर हैं 3 उन्होंने हाले नहीं जाए जा रहे हैं। सिर्फ संगत टीवी से जरा थले टेलीफोन नंबर आ रहा है और व्हाट्सएप नंबर भी आ रहा है, उत्थे तुसी फोन भी कर सकते हो और अपने मैसेजेस भी ਜਿਹੜਾ ਆਪਾਂ ਨੂੰ WhatsApp ਤੇ ਇੱਕ ਸਵਾਲ ਆਇਆ, ਆਪਾਂ ਪਹਿਲਾਂ ਉਹਦਾ ਜਵਾਬ ਦੇ ਦਈਏ ਬਿਫੋਰ ਵੀ ਫੋਰਗੇਟ, ਹੈ ਨਾ। ਰਮਨਦੀਪ ਉਹਨਾਂ ਦਾ ਨਾਮ ਹੈ। ਹਾਂਜੀ ਰਮਨਦੀਪ, ਥੈਂਕ ਯੂ ਤੁਹਾਡਾ ਮੈਸੇਜ ਕਰਨ ਲਈ। ਉਹਦੇ ਵਿੱਚ ਇਹ ਹੈਗਾ, ਇਹ ਕਹਿ ਰਿਹਾ ਕਿ ਐਜ਼ ਅ ਵਿਜ਼ਟਰ ਮੈਂ ਯੂਕੇ ਦੇ ਵਿੱਚ 5.5 ਮਹੀਨੇ ਰਿਹਾ ਐਂਡ ਹੀ ਇਜ਼ ਅ ਕੈਨੇਡੀਅਨ ਨੈਸ਼ਨਲ। ਤਾਂ ਵਾਈਫ ਇਹਨਾਂ ਦੀ ਹੈਗੀ ਹੈ ਬ੍ਰਿਟਿਸ਼ ਨੈਸ਼ਨਲ, ਬੱਚੇ ਬ੍ਰਿਟਿਸ਼ ਹੈ। ਰਮਨ, ਸਭ ਤੋਂ ਵੱਡਾ ਤਾਂ ਇਹ ਹੈਗਾ ਕਿ ਤੁਸੀਂ, ਕਿਉਂਕਿ ਤੁਹਾਡੇ ਬੱਚੇ ਬ੍ਰਿਟਿਸ਼ ਆ, ਤੁਸੀਂ ਯੂਕੇ ਤੋਂ ਐਪਲੀਕੇਸ਼ਨ ਐਜ਼ ਅ ਪੇਰੈਂਟ ਲਾ ਸਕਦੇ ਹੋ। ਤਾਂ ਪਹਿਲੀ ਵਾਰੀ ਹੋ ਸਕਦਾ ਤੁਹਾਨੂੰ 10 ਸਾਲਾਂ ਦੇ ਰੂਟ ਦੇ ਵਿੱਚ ਪਾਇਆ ਜਾਊ। ਜੇ ਤੁਸੀਂ ਆਲਰੇਡੀ ਯੂਕੇ ਦੇ ਵਿੱਚ ਹੁਣ ਹੈਗੇ ਲੋਕਡਾਊਨ ਦੇ ਦੌਰਾਨ, ਤਾਂ ਤੁਸੀਂ ਵਿਦਿਨ ਕੰਟਰੀ ਸਪਾਊਸ ਵੀਜ਼ਾ ਜਿਹੜਾ ਉਹ ਲੈ ਸਕਦੇ ਹੋ। ਅੱਛਾ ਜੀ, ਤਾਂ ਪਰ ਜੇ ਤੁਸੀਂ ਇੱਥੇ ਹੁਣ ਨਹੀਂ ਹੈਗੇ ਤਾਂ ਫਿਰ ਤੁਸੀਂ ਬੈਸਟ ਆਪਸ਼ਨ ਇਜ਼ ਤੁਸੀਂ ਉੱਥੋਂ ਜਿਹੜੀ ਕੰਟਰੀ 'ਚ ਹੈਗੇ ਉੱਥੋਂ ਤੁਸੀਂ ਐਂਟਰੀ ਕਲੀਅਰੈਂਸ ਐਜ਼ ਅ ਸਪਾਊਸ ਲੈ ਕੇ ਆਓ, ਠੀਕ ਹੈ ਨਾ। ਪਰ ਜੇ ਤੁਸੀਂ ਐਜ਼ ਅ ਵਿਜ਼ਟਰ ਇੱਥੇ ਆ ਜਾਂਦੇ ਆ, ਨੈਕਸਟ ਟਾਈਮ ਤੁਸੀਂ ਇੱਥੇ ਆਉਂਦੇ ਹੋ, ਕਿਉਂਕਿ ਤੁਹਾਡੇ ਬੱਚੇ ਬ੍ਰਿਟਿਸ਼ ਆ, ਤੁਸੀਂ ਇੱਥੋਂ ਵੀ ਐਪਲੀਕੇਸ਼ਨ ਲਾ ਸਕਦੇ ਹੋ। ਪਰ ਤੁਹਾਨੂੰ ਪਹਿਲੀ ਵਾਰੀ 10 ਇਅਰਸ ਰੂਟ ਦੇ ਵਿੱਚ ਪਾਇਆ ਜਾਏਗਾ। 10 ਇਅਰਸ ਰੂਟ ਹੁੰਦਾ ਆ ਜਿੱਥੇ ਤੁਹਾਨੂੰ 10 ਇਅਰਸ ਐਜ਼ ਅ ਪੇਰੈਂਟ ਵੀਜ਼ਾ ਦਿੱਤਾ ਜਾਏਗਾ, ਕਿਉਂਕਿ ਤੁਹਾਡੇ ਬੱਚੇ ਬ੍ਰਿਟਿਸ਼ ਆ, ਬੱਚੇ ਅੰਡਰ 18 ਹੋਣੇ ਚਾਹੀਦੇ ਆ, ਤੁਹਾਡੇ ਦੋਨਾਂ ਦੇ ਨਾਲ ਰਹਿਣੇ ਚਾਹੀਦੇ ਬੱਚੇ, ਤੇ ਤੁਹਾਡੀ ਪੇਰੈਂਟ ਰਿਸਪੌਂਸਿਬਿਲਿਟੀ ਦੇ ਬੇਸ ਤੇ ਤੁਹਾਨੂੰ 10 ਇਅਰਸ ਰੂਟ ਤੇ ਵੀਜ਼ਾ ਦਿੱਤਾ ਜਾਏਗਾ 27 ਮੰਥਸ ਦਾ। ਤੇ ਹਰ 27 ਮੰਥਸ ਬਾਅਦ ਤੁਹਾਨੂੰ ਵੀਜ਼ਾ ਐਕਸਟੈਂਡ ਕਰਨਾ ਪਏਗਾ। 10 ਸਾਲਾਂ ਬਾਅਦ ਜਾ ਕੇ ਤੁਹਾਨੂੰ ਇੰਡੈਫੀਨਿਟ ਲੀਵ ਟੂ ਰਿਮੇਨ ਮਿਲੇਗੀ। ਇਹ ਪਹਿਲੇ ਵੀ ਤਾਂ ਇੱਥੇ ਆਏ ਹੋਣਗੇ ਨਾ? ਹਾਂਜੀ, ਇਹ ਵਿਜ਼ਟਰ ਆਉਂਦੇ ਆ ਨਾ ਇੱਥੇ। ਕਹਿ ਰਹੇ ਸੀਗੇ ਕਿ ਵਿਜ਼ਟਰ ਆਉਂਦੇ ਆ, ਅਸੀਂ ਇਸ ਤਰ੍ਹਾਂ ਜੋ ਵੀ ਮੈਂ ਟੈਕਸਟ ਦੇ ਵਿੱਚ ਸਮਝਿਆ ਆ ਜੀ। ਤਾਂ ਜੇ ਤੁਹਾਡਾ ਕੋਈ ਹੋਰ ਸਵਾਲ ਹੋਵੇ, ਫਰਦਰ ਤੁਹਾਨੂੰ ਐਡਵਾਈਸ ਚਾਹੀਦੀ ਹੋਵੇ, ਤੁਸੀਂ ਸਾਨੂੰ WhatsApp ਜਿਹੜਾ ਸੰਗਤ ਟੀਵੀ ਦਾ WhatsApp ਨੰਬਰ ਆ ਉਹਦੇ ਤੇ ਮੈਸੇਜ ਭੇਜ ਸਕਦੇ ਹੋ। ਐਬਸੋल्युटली। ਵਸੀਅਤ ਕੌਣ ਬਣਵਾ ਸਕਦਾ ਹੈ? ਹਾਂਜੀ ਵਿਕੀ, ਕੋਈ ਵੀ ਓਵਰ 18 ਜਿਹੜਾ ਇਨਸਾਨ ਹੈ ਕਰਵਾ ਲੇ। ਤਾਂ ਹਾਂਜੀ ਓਵਰ 18 ਹੈ ਤੇ ਸਾਊਂਡ ਮਾਈਂਡ ਹੈ, ਤਾਂ ਕਿ ਤੁਸੀਂ ਯੂ ਆਰ ਮੈਂਟਲੀ ਫਿਟ ਇਨਫ ਟੂ ਗਿਵ instructions even physically if you're not fit enough, ਪਰ mentally you're fit enough, you can give instructions to write a will। ਜਿਹੜੇ ਸਾਡੇ ਏਸ਼ੀਅਨ ਲੋਕਾਂ ਦੇ ਦਿਮਾਗ ਵਿੱਚ ਇਹ ਗੱਲ ਹੁੰਦੀ ਹੈ ਕਿ ਵਸੀਅਤ ਕਰਾਈ ਤਾਂ ਮੀਨਸ ਦੀ ਐਂਡ। ਨਹੀਂ, ਇਸ ਤਰ੍ਹਾਂ ਦਾ ਨਹੀਂ ਕੁਝ ਹੋਣਾ ਚਾਹੀਦਾ। ਆਈ ਥਿੰਕ ਸਭ ਨੂੰ ਹੁਣ ਤਾਂ ਜਿਹੜਾ ਵਕਤ ਹੈ ਲਾਸਟ ਫਿਊ ਮੰਥਸ ਵਸੀਅਤ ਦਾ COVID-19 ਕਰਕੇ, ਆਈ ਥਿੰਕ ਇਸੇ ਕਰਕੇ ਅਸੀਂ ਅੱਜ ਇਹ ਟੌਪਿਕ ਇੰਟਰੋਡਿਊਸ ਕੀਤਾ ਹੈ ਜੀ, ਵਿਲਸ ਐਂਡ ਪ੍ਰੋਬੇਟ ਦਾ। ਪ੍ਰੋਬੇਟ ਦੇ ਬਾਰੇ ਚ ਅਸੀਂ ਨੈਕਸਟ ਵੀਕ ਦੱਸਾਂਗੇ ਵੀ ਪ੍ਰੋਬੇਟ ਕੀ ਹੁੰਦੀ ਹੈ। ਕੋਰਟ ਦੇ ਵਿੱਚ ਜਾ ਕੇ ਜਦੋਂ ਆਪਾਂ ਆਪਣੀ ਵਸੀਅਤ ਨੂੰ ਫੋਲੋ ਕਰਾਉਣਾ ਪੈਂਦਾ ਹੈ, ਕੋਰਟ ਦੇ ਥਰੂ ਆਪਾਂ ਨੂੰ ਪ੍ਰਾਪਰਟੀ ਦਾ ਹੱਲ ਲੱਭਣਾ ਪੈਂਦਾ, ਉਹਨੂੰ ਪ੍ਰੋਬੇਟ ਕਹਿੰਦੇ ਆ। ਠੀਕ ਹੈ ਜੀ। ਤਾਂ ਆਪਾਂ ਡਿਸਕਸ ਕਰਾਂਗੇ। ਤੇ ਓਬਵੀਅਸਲੀ ਜੇ ਕਿਸੇ ਦੇ ਵੀ ਵਸੀਅਤ ਦੇ ਰਾਹੀਂ ਸਵਾਲ ਹੈ, ਸੰਗਤ ਟੀਵੀ ਰਾਹੀਂ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ। ਐਬਸੋल्युटली। ਅੱਛਾ ਜੀ, ਤੁਸੀਂ ਜੋ ਮਰਜ਼ੀ ਕਹਿੰਦੇ ਰਹੋ, ਪਰ ਜੇ ਅਸੀਂ ਵਸੀਅਤ ਨਾ ਕਰਵਾਈਏ ਔਰ ਮਰ ਜਾਈਏ, ਉਹਦੇ ਬਾਅਦ ਕੀ ਬਣੇਗਾ? ਕੀ ਨੁਕਸਾਨ ਹੈ? ਨੁਕਸਾਨ ਇਹ ਆ ਫਿਰ ਵਿੱਕੀ, ਇੱਕ ਤਾਂ ਇਹ ਆ ਕਿ ਜਿਹੜੀ ਜੇ ਤੁਹਾਡੀ ਵਸੀਅਤ ਨਹੀਂ ਬਣੀ ਹੈਗੀ ਤਾਂ ਜਿਹੜੇ ਉਹ ਵਸੀਅਤ ਦੇ ਰੂਲਸ ਹੈਗੇ ਆ ਉਹਦੇ ਹਿਸਾਬ ਨਾਲ ਤੁਹਾਡੀ ਪ੍ਰਾਪਰਟੀ ਡਿਵਾਈਡ ਹੋਏਗੀ ਆਟੋਮੈਟਿਕਲੀ। ਪਹਿਲਾਂ ਤਾਂ ਸਪਾਊਸ ਦਾ ਹੱਕ ਹੈਗਾ ਜੀ, ਪਰ ਜੇ ਤੁਹਾਡੇ ਸਪਾਊਸ ਦੀ ਵੀ ਡੈਥ ਹੋ ਗਈ ਆ, ਫਿਰ ਨੈਕਸਟ ਓਬਵੀਅਸਲੀ ਤੁਹਾਡੇ ਬੱਚੇ ਹੈਗੇ ਆ। ਹਾਂਜੀ। ਤਾਂ ਫਿਰ ਉਸ ਤੋਂ ਬਾਅਦ ਪੇਰੈਂਟਸ ਹੈਗੇ ਆ, ਫਿਰ ਬੱਚੇ ਹੈਗੇ, ਆਂਟੀ ਅੰਕਲ, ਇਸ ਤਰ੍ਹਾਂ ਜਿਹੜੀ ਲਾਈਨ ਬਣੀ ਹੁੰਦੀ ਹੈ ਨਾ, ਉਹਦੇ ਹਿਸਾਬ ਦੇ ਨਾਲ ਚੱਲੇਗਾ। ਫਿਰ ਇਸ ਦੇ ਵਿੱਚ ਕੰਪਲਿਕੇਸ਼ਨ ਹੋ ਸਕਦੀ ਹੈ। ਅੱਛਾ ਜੀ, ਠੀਕ ਹੈ। ਜੇ ਮੰਨ ਲਓ ਤੁਹਾਡੀ ਮੈਰਿਜ ਨਹੀਂ ਹੋਈ ਬਟ ਯੂ ਲਿਵਿੰਗ ਟੁਗੇਦਰ, ਯੂ ਆਰ ਨਾਟ ਰੀਲੀ ਸਪਾਊਸ। ਸੋ ਜੇ ਵਸੀਅਤ ਬਣੀ ਹੋਏਗੀ, ਤੁਹਾਡਾ ਨਾਮ ਵਿੱਚ ਲਿਖਿਆ ਹੋਇਆ ਹੈ ਯੂ ਆਰ ਸਪਾਊਸ ਔਰ ਨੋਟ, ਡਸਨਟ ਮੈਟਰ, ਤੁਹਾਡਾ ਨਾਮ ਵਿੱਚ ਮੈਂਸ਼ਨ ਕੀਤਾ ਹੈ। ਸੋ ਵਸੀਅਤ ਸੇਫ ਚੀਜ਼ ਹੈਗੀ ਹੈ ਬਣਾਉਣ ਲਈ। ਅੱਛਾ ਜੀ। ਓਹੋ, ਵੈਰੀ ਡਿਫਿਕਲਟ ਐਂਡ ਆਫ ਲਾਈਫ। ਜੀ ਜੀ। ਜਦੋਂ ਤਲਾਕ ਹੋ ਜਾਂਦਾ ਹੈ ਜੀ, ਤੇ ਜਦੋਂ ਇੱਕ ਬੰਦੇ ਨੇ ਵਸੀਅਤ ਕਰਵਾਈ ਹੋਈ ਹੋਵੇ ਔਰ ਫਿਰ ਉਹਦਾ ਤਲਾਕ ਹੋ ਗਿਆ ਜੀ, ਤਾਂ ਡਸ ਇਟ ਇਫੈਕਟ? ਹਾਂਜੀ, ਇਟ ਡਸ ਅਫੈਕਟ ਵੈਰੀ ਮੱਚ। ਜਿਹੜਾ ਡਿਵੋਰਸ ਦਾ ਫਾਈਨਲ ਸਰਟੀਫਿਕੇਟ ਹੁੰਦਾ ਨਾ, ਉਹਦੇ ਤੇ ਵੀ ਇੱਕ ਲਾਈਨ ਲਿਖੀ ਹੁੰਦੀ ਆ ਵੀ ਜਿਹੜੀ ਵਸੀਅਤ ਹੈ, ਜਿਹੜਾ ਡਿਵੋਰਸ ਆ, ਇਹਦੇ ਨਾਲ ਤੁਹਾਡੀ ਵਸੀਅਤ ਜਾਂ ਪੈਨਸ਼ਨ ਸਭ ਕੁਝ ਅਫੈਕਟ ਹੋ ਸਕਦਾ। ਸੋ ਤੁਸੀਂ ਜੇ ਪਹਿਲਾਂ ਵਸੀਅਤ ਬਣਾਈ ਹੋਈ ਆ ਤਾਂ ਡਿਵੋਰਸ ਹੋਣ ਤੋਂ ਬਾਅਦ ਤੁਸੀਂ ਉਹਨੂੰ ਚੇਂਜ ਕਰਾਓ, ਉਹਨੂੰ ਚੈੱਕ ਕਰੋ ਕਿ ਕੀ ਜਿਹੜੀਆਂ ਉਹਦੀਆਂ ਕੰਡੀਸ਼ਨਸ ਹੈਗੀਆਂ ਉਹ ਵੀ ਹੁਣ ਵੀ ਤੁਹਾਡੀ ਲਾਈਫ ਤੇ ਇਫੈਕਟ ਕਰਦੀਆਂ ਜਾਂ ਕੀ ਕਰਦੀਆਂ, ਉਹ ਜ਼ਰੂਰ ਤੁਸੀਂ ਚੇਂਜ ਕਰੋ।
दैट्स फाइन। ओहो कैसी गल्लां कर रहे हैं। लेट्स चेंज द सब्जेक्ट। ओके अच्छी गल्लां करते हैं। इंडियन काउंसलेट खुल गया? हाँ जी, इंडियन काउंसलेट वाले ਜਿਹੜੇ ਹੈਗੇ ਉਹ ਇੰਡੀਅਨ ਪਾਸਪੋਰਟ ਦੀਆਂ ਐਪਲੀਕੇਸ਼ਨਾਂ ਲੈ ਰਹੇ ਆ। ਅੱਛਾ ਜੀ, ਸਿਰਫ ਇੰਡੀਅਨ ਪਾਸਪੋਰਟ ਦੀਆਂ। ਅੱਛਾ ਜੀ, हाँ जी, तो ओबीयसली सोशल डिस्टेंसिंग वगैरह ਦੇ ਰੂਲਸ ਆ ਉਹ ਵੀ ਫੋਲੋ ਕਰ ਰਹੇ ਨੇ। ਸੋ ਜੇ ਤੁਸੀਂ ਜਾਣਾ ਹੈ ਉੱਥੇ ਇੰਡੀਅਨ ਕਾਉਂਸਲੇਟ ਤੇ ਪਾਸਪੋਰਟ ਦੀ ਐਪਲੀਕੇਸ਼ਨ, ਇੰਡੀਅਨ ਪਾਸਪੋਰਟ ਦੀ ਐਪਲੀਕੇਸ਼ਨ ਲੈ ਕੇ, ਤਾਂ ਤੁਸੀਂ ਆਪਣਾ ਮਾਸਕ ਵਗੈਰਾ ਪਾ ਕੇ ਜਾਣਾ ਤੇ 1-2 ਜਣਾਂ ਤੋਂ ज़्यादा ना जाओ। ਜਿਹਦੀ ਐਪਲੀਕੇਸ਼ਨ ਆ ਉਹੀ ਜਾਓ, ਉੱਥੇ ਭੀੜ ਇਕੱਠੀ ਨਾ ਕਰੀਏ। हाँ जी, हाँ वहाँ जाएं तो पर्दा नशी हसीना बन के जाएं। एक स्टेटलैस एप्लीकेशनस ਹੁੰਦੀਆਂ ਤੁਸੀਂ ਜ਼ਿਕਰ ਕਰ ਰਹੇ ਸੀਗੇ, ਉਹ ਕੀ ਹੁੰਦਾ ਹੈ? हाँ जी, ਸਟੇਟਲੈਸ ਐਪਲੀਕੇਸ਼ਨ ਵਿੱਕੀ ਉਹਨਾਂ ਬੱਚਿਆਂ ਲਈ ਆ ਜਿਹੜੇ ਬੱਚੇ ਯੂਕੇ ਦੇ ਵਿੱਚ ਬੋਰਨ ਹੋਏ ਆ ਜੀ, ਪਰ ਉਹਨਾਂ ਦੇ ਪੇਰੈਂਟਸ ਕੋਲੇ ਕੋਈ ਵੀਜ਼ਾ ਨਹੀਂ ਹੈਗਾ। ਇਲੀਗਲ ਪੇਰੈਂਟਸ ਦੇ ਜਿਹੜੇ ਬੱਚੇ ਹੁੰਦੇ ਆ ਜੀ, ਬੋਰਨ ਇਨ ਦ ਯੂਕੇ, स्टेटलैस। ਤਾਂ ਹਾਂਜੀ ਉਹ ਜਿਹੜੇ 5 ਸਾਲ ਤੱਕ ਬੱਚੇ ਕੋਲੇ ਕੋਈ ਪਾਸਪੋਰਟ ਨਹੀਂ ਹੁੰਦਾ, ਜੀ, ਉਹਨੂੰ ਆਪਾਂ ਸਟੇਟਲੈਸ ਦੀ ਕੈਟਾਗਰੀ ਦੇ ਵਿੱਚ ਸ਼ਾਮਲ ਕਰਦੇ ਹਾਂ। ਤੇ ਉਹਦਾ ਪ੍ਰੋਸੀਜਰ ਕੀ ਹੈ? ਉਹਦਾ ਪ੍ਰੋਸੀਜਰ ਇਹ ਹੈ ਕਿ ਜਦੋਂ ਤੁਹਾਡਾ ਬੱਚਾ 5 ਸਾਲ ਹੋ ਗਿਆ ਯੂਕੇ ਦੇ ਵਿੱਚ ਰਹਿ ਗਿਆ, ਤਾਂ ਤੁਸੀਂ ਜਿਹੜਾ ਮੇਨਲੀ ਜਿਹੜੀ ਐਪਲੀਕੇਸ਼ਨਸ ਅਸੀਂ ਇੰਡੀਅਨ ਕਾਉਂਸਲੇਟ ਦੇ ਨਾਲ ਇੰਡੀਅਨ ਬੱਚਿਆਂ ਦੀ ਹੈਂਡਲ ਕਰਦੇ ਆ, ਜਿਹੜੇ ਇੰਡੀਅਨ ਪੇਰੈਂਟਸ ਦੇ ਸਟੇਟਲੈਸ ਬੱਚੇ ਹੁੰਦੇ ਆ, ਤਾਂ ਤੁਸੀਂ ਇੰਡੀਅਨ ਕਾਉਂਸਲੇਟ ਤੋਂ ਇੱਕ ਐਪਲੀਕੇਸ਼ਨ ਲਾ ਕੇ ਇੱਕ ਲੈਟਰ ਲੈਣੀ ਆ। ਉਸ ਲੈਟਰ ਦੇ ਵਿੱਚ ਕਾਉਂਸਲੇਟ ਨੇ ਕਨਫਰਮ ਕਰਨਾ ਹੈ ਕਿ ਤੁਸੀਂ ਇਹ ਬੱਚਾ ਜਿਹੜਾ ਇਹ ਇੰਡੀਅਨ ਨਹੀਂ ਹੈਗਾ, ਇਹ ਇੰਡੀਅਨ ਨੈਸ਼ਨਲ ਨਹੀਂ ਹੈਗਾ, ਰਾਈਟ, ਸਾਡੇ ਨਾਲ ਇਹਦੀ ਰਜਿਸਟ੍ਰੇਸ਼ਨ ਨਹੀਂ ਹੋਈ ਹੋਈ। ਠੀਕ ਹੈ ਜੀ। ਤਾਂ ਉਹ ਜਦੋਂ ਉਹ ਸਰਟੀਫਿਕੇਟ ਤੁਹਾਨੂੰ ਮਿਲ ਜਾਂਦਾ, ਉਹਨੂੰ ਸਟੇਟਲੈਸ ਦੀ ਲੈਟਰ ਕਹਿੰਦੇ ਆ ਆਮ ਭਾਸ਼ਾ ਦੇ ਵਿੱਚ। ਠੀਕ ਹੈ ਜੀ। ਤਾਂ ਉਸ ਤੋਂ ਬਾਅਦ ਤੁਸੀਂ ਬ੍ਰਿਟਿਸ਼ ਪਾਸਪੋਰਟ ਦੀ ਐਪਲੀਕੇਸ਼ਨ ਲਾ ਸਕਦੇ ਹੋ ਹੋਮ ਆਫਿਸ ਨੂੰ। ਉਹ ਜਿਹੜਾ ਬੱਚਾ ਹੈ ਸਟੇਟਲੈਸ, ਉਹ ਬ੍ਰਿਟਿਸ਼ ਪਾਸਪੋਰਟ ਲਈ, ਬ੍ਰਿਟਿਸ਼ ਨੈਸ਼ਨੈਲਿਟੀ ਲਈ ਹੋਮ ਆਫਿਸ ਨੂੰ ਅਪਲਾਈ ਕਰ ਸਕਦਾ। ਅਪਲਾਈ ਕਰ ਤੇ ਉਹਦੇ ਮਾਪਿਓ ਦੇ ਮਗਰ ਹਾਂਜੀ, ਜਦੋਂ ਬੱਚੇ ਨੂੰ ਬ੍ਰਿਟਿਸ਼ ਪਾਸਪੋਰਟ ਮਿਲ ਜਾਂਦਾ ਤਾਂ ਫਿਰ ਉਹਦੇ ਬੇਸ ਤੇ ਪੇਰੈਂਟਸ ਨੂੰ ਆਪਣੀ ਐਪਲੀਕੇਸ਼ਨ ਲਾਣੀ ਪੈਂਦੀ ਹੈ। ਠੀਕ ਹੈ। ਤਾਂ ਉਹਨਾਂ ਨੂੰ ਫਿਰ 27 ਮੰਥਸ ਦਾ 30 ਮੰਥਸ ਦਾ ਵੀਜ਼ਾ यूके ਦਾ ਮਿਲ ਜਾਂਦਾ। अच्छा जी, ਉਹਦੇ ਬੇਸ ਤੇ, ਕਿਉਂਕਿ ਉਹਨਾਂ ਦਾ ਬੱਚਾ ਬ੍ਰਿਟਿਸ਼ ਹੋ ਗਿਆ। ये बात बहुत ध्यान से सुनने वाली है। मैं इस बात को एक बार फिर से धीरे धीरे पूछता हूँ और जितने सुनने वाले हैं इस बात को ज़रा कान खोल कर सुने। मतलब कि एक लड़का है जो पक्का नहीं है जी, और एक लड़की है जो पक्की नहीं है, ਉਹਨਾਂ ਦਾ ਇੱਥੇ ਬੇਬੀ ਹੋ ਗਿਆ ਜੀ, ਤਾਂ ਉਹ ਇੰਡੀਅਨ ਕਾਉਂਸਲੇਟ ਤੋਂ ਸਟੇਟਲੈਸ ਐਪਲੀਕੇਸ਼ਨ, ਸਟੇਟਸ ਦੀ ਲੈਟਰ ਲੈ ਕੇ ਕਿ ਬੱਚਾ ਸਟੇਟਲੈਸ ਹੈ, ਫਿਰ ਉਸ ਬੱਚੇ ਦੀ ਬ੍ਰਿਟਿਸ਼ ਨੈਸ਼ਨੈਲਿਟੀ ਦੀ ਐਪਲੀਕੇਸ਼ਨ ਲਾਣੀ ਹੈ ਹੋਮ ਆਫਿਸ। ਹਾਂਜੀ, ਜਦੋਂ ਉਹਨੂੰ ਨੈਸ਼ਨੈਲਿਟੀ ਮਿਲ ਗਈ ਉਸ ਤੋਂ ਬਾਅਦ ਉਹਨੂੰ ਬ੍ਰਿਟਿਸ਼ ਪਾਸਪੋਰਟ ਮਿਲ ਜਾਏਗਾ ਜੀ। ਬ੍ਰਿਟਿਸ਼ ਪਾਸਪੋਰਟ ਮਿਲਣ ਤੋਂ ਬਾਅਦ ਪੇਰੈਂਟਸ ਆ ਜਿਹੜੇ ਬੱਚੇ ਦੇ ਹੋਮ ਆਫਿਸ ਨੂੰ ਆਪਣੇ ਵੀਜ਼ੇ ਦੀ ਐਪਲੀਕੇਸ਼ਨ ਲਾਣਗੇ ਕਿ ਸਾਡਾ ਬੱਚਾ ਬ੍ਰਿਟਿਸ਼ ਹੈ, ਅਸੀਂ ਹੁਣ ਯੂਕੇ ਛੱਡ ਕੇ ਜਾ ਨਹੀਂ ਸਕਦੇ, ਇਸ ਦੇ ਬੇਸ ਤੇ ਸਾਨੂੰ ਵੀਜ਼ਾ ਦਿੱਤਾ ਜਾਏ, ਤਾਂ ਉਹਨਾਂ ਨੂੰ 27 ਮੰਥਸ ਦਾ ਵੀਜ਼ਾ ਮਿਲ ਜਾਏਗਾ। डेल्सन सलिसिटर की जय जयकार करनी चाहिए। अक्लमंद को इशारा ही काफ़ी होता है। अगले क्वेश्चन की तरफ चलते हैं। बहुत बुरा क्वेश्चन है लेकिन हम नहीं चाहते कि किसी का भी तलाक हो। खबरदार किसी ने तलाक किया। डिवोर्स के क्या ग्राउंड्स होते हैं जी, और कौन लोग ऐसे हैं जो डिवोर्स कर सकते हैं? विकी, डिवोर्स कोई भी कर सकता है एज लॉन्ग एज थोड़ी मैरिज होई ਨੂੰ 1 ਸਾਲ ਤੋਂ ਉੱਪਰ ਹੋ ਗਈ। ਸਾਲ ਤੋਂ ਉੱਪਰ ਹੋ ਗਿਆ, ਹਾਂਜੀ, ਠੀਕ ਹੈ। ਤੇ ਤੁਹਾਡੀ ਮੈਰਿਜ ਰਜਿਸਟਰ ਹੋਣੀ ਚਾਹੀਦੀ ਹੈ। ਜਦੋਂ ਨਹੀਂ ਬਣਦੀ ਉਦੋਂ ਪਹਿਲੇ ਦਿਨ ਤੋਂ ਨਹੀਂ ਬਣਦੀ, ਤਾਂ ਡਿਵੋਰਸ ਵਾਸਤੇ ਫਿਰ ਸਾਲ ਇੰਤਜ਼ਾਰ ਕਰਨਾ ਪਏਗਾ। ਨਹੀਂ ਵਿੱਕੀ, ਪਤਾ ਕੀ ਹੈ, 1 ਸਾਲ ਤਾਂ ਟ੍ਰਾਇਲ ਪੀਰੀਅਡ ਹੀ ਹੁੰਦਾ ਮੇਰੇ ਖਿਆਲ ਦੇ ਵਿੱਚ। ਠੀਕ ਹੈ ਜੀ। ਆਈ ਥਿੰਕ ਜਿਹੜਾ ਕਾਨੂੰਨ ਦੇ ਹਿਸਾਬ ਨਾਲ 1 ਸਾਲ ਤਾਂ ਦਿੱਤਾ ਤਾਂ ਕਿ ਤੁਸੀਂ ਇੱਕ ਦੂਜੇ ਨੂੰ ਇਨਫ ਟਾਈਮ ਤਾਂ ਦਿਓ ਨਾ। ਠੀਕ ਹੈ ਜੀ, ਕਿ ਟਰਾਈ ਕਰੋ ਤੁਸੀਂ ਟੂ ਐਡਜਸਟ ਵਿਦ ਈਚ ਅਦਰ, ਹੈ ਨਾ। ਠੀਕ ਹੈ। ਕਿਉਂਕਿ 1-2 ਵਾਰ ਲੜਾਈ ਹੋਈ ਜੇ ਉਹ, ਤਾਂ ਫਿਰ ਉਸ ਤੋਂ ਬਾਅਦ ਸਾਲ ਤੋਂ ਬਾਅਦ ਬੰਦਾ ਜੇ ਨਹੀਂ ਐਡਜਸਟ ਕਰ ਸਕਦਾ ਤਾਂ ਫਿਰ ਸੈਪਰੇਟ ਹੋ ਜਾਓ। ਠੀਕ ਹੈ ਜੀ। ਜਿੱਦਾਂ ਵਿੱਕੀ ਨੇ ਪਹਿਲਾਂ ਕਿਹਾ, ਅਸੀਂ ਨਹੀਂ ਐਡਵਾਈਸ ਕਰਦੇ ਕਿ ਤੁਸੀਂ ਆਪਣਾ ਘਰ ਖਰਾਬ ਕਰੋ, ਤਾਂ ਅਸੀਂ ਸਿਰਫ ਜਿਹੜੀ ਲੀਗਲ ਗਾਈਡੈਂਸ ਪ੍ਰੋਗਰਾਮ ਦਾ ਮਤਲਬ ਇਹ ਆ ਤਾਂ ਕਿ ਤੁਹਾਨੂੰ ਕੋਈ ਮਿਸ ਗਾਈਡ ਨਾ ਕਰੇ ਬਾਹਰ। ਤੁਸੀਂ ਕਿਸ ਤੋਂ ਸਲਾਹ ਲੈਣ ਜਾਂਦੇ ਹੋ, ਤੁਹਾਨੂੰ ਕੋਈ ਗਲਤ ਸਲਾਹ ਨਾ ਦੇਵੇ। ਹਾਂਜੀ, ਕਿਉਂਕਿ ਇਸ ਤਰ੍ਹਾਂ ਦੇ ਵੀ ਕੇਸ ਵਰਕਰ, ਕੁਝ ਲੋਕ ਇਸ ਤਰ੍ਹਾਂ ਦੇ ਵੀ ਹੈਗੇ ਜਿਨ੍ਹਾਂ ਕੋਲੇ ਐਡਵਾਈਸ ਦੇਣ ਦਾ ਕੋਈ ਰਾਈਟ ਨਹੀਂ ਹੈਗਾ, ਤਾਂ ਲੋਕਾਂ ਨੂੰ ਮਿਸਗਾਈਡ ਕਰ ਰਹੇ ਆ, ਇੰਡੀਆ ਦੇ ਵਿੱਚ ਵੀ ਇੱਥੇ ਵੀ। ਹਾਂਜੀ, ਤਾਂ ਇਸ ਕਰਕੇ ਤੁਹਾਨੂੰ ਕਹਿ ਰਹੇ ਹਾਂ ਕਿ ਅਸੀਂ, ਕਿਉਂਕਿ ਕਈ ਲੋਕ ਮੇਰੇ ਕੋਲ ਕਲਾਇੰਟ ਪਿਛਲੇ ਵੀਕ ਇੱਕ ਆਇਆ ਵੀ ਕਿ ਉਹਦਾ ਕੋਈ ਕੇਸ ਵਰਕਰ ਆ, ਉਹਨਾਂ ਨੂੰ ਕਹਿ ਰਿਹਾ ਕਿ ਮੈਂ ਸਲਿਸਟਰ ਹਾਂ, ਕੋਈ ਉਹਦੇ ਕੋਲ ਕੁਆਲੀਫਿਕੇਸ਼ਨ ਨਹੀਂ ਹੈ, ਤਾਂ ਪੈਸੇ ਲੈ ਲਿਆ ਉਹਨਾਂ ਤੋਂ ਨੀਅਰਲੀ 1800 ਪਾਉਂਡ ਜੀ। ਤਾਂ ਉਸ ਤੋਂ ਬਾਅਦ ਉਹਨਾਂ ਦਾ ਫੋਨ ਨਹੀਂ ਚੁੱਕਦਾ, ਉਹਨਾਂ ਦੇ ਓਰੀਜਨਲ ਪੇਪਰ ਵੀ ਨਹੀਂ ਦੇ ਰਹੇ, ਐਂਡ ਦੇ ਆਰ ਸਟਕ। ਸੋ ਇਸ ਤਰ੍ਹਾਂ ਦੀ ਜਿਹੜੀ ਹਾਲਾਤਾਂ ਤੋਂ ਬਚਣ ਲਈ ਅਸੀਂ ਇਸ ਜਿਹੜਾ ਪ੍ਰੋਗਰਾਮ ਸ਼ੁਰੂ ਕੀਤਾ ਹੈ ਤਾਂ ਕਿ ਲੋਕਾਂ ਤੱਕ ਜੈਨੂਇਨ ਐਡਵਾਈਸ ਪਹੁੰਚ ਸਕੇ।
ਮੇਕਅਪ ਕਰਵਾਉਣ ਵਾਸਤੇ ਬਿਊਟੀਸ਼ੀਅਨ ਕੋਲ ਜਾਈਦਾ ਹੈ, ਬਾਲ ਕਟਵਾਉਣ ਵਾਸਤੇ ਹੈਰ ਡਰੈਸਰ ਕੋਲ ਜਾਈਦਾ ਹੈ, ਕਾਨੂੰਨੀ ਸਲਾਹ ਲੈਣ ਵਾਸਤੇ ਵਕੀਲ ਕੋਲ ਆਈਦਾ ਹੈ। ਇਹ ਅਸੀਂ ਲੋਕ ਸਮਝਣਾ ਵੀ ਨਹੀਂ ਚਾਹੁੰਦੇ, ਸਾਨੂੰ ਗੱਲ ਵੀ ਉਹਨਾਂ ਦੀ ਸਮਝ ਆਉਂਦੀ ਹੈ, ਤੁਹਾਡੀ ਘੱਟ ਹੀ ਆਉਂਦੀ ਹੈ। ਤਾਂ ਜਿਹੜੇ ਡਿਵੋਰਸ ਹੈਗਾ ਆ ਉਹ ਆਬਵੀਅਸਲੀ ਕੋਈ ਵੀ ਲੈ ਸਕਦਾ 1 ਸਾਲ ਤੋਂ ਬਾਅਦ ਐਜ਼ ਲੌਂਗ ਐਜ਼ ਤੁਹਾਡੀ ਮੈਰਿਜ ਰਜਿਸਟਰ ਹੋਈ ਹੋਵੇ ਤੇ ਤੁਸੀਂ ਯੂਕੇ ਦੇ ਰੈਜ਼ੀਡੈਂਟ ਹੋ। ਠੀਕ ਹੈ ਜੀ। ਫਿਰ ਚਾਈਲਡ ਕੰਟੈਕਟ ਮੈਟਰ ਕੀ ਹੁੰਦਾ ਹੈ? ਹਾਂਜੀ, ਚਾਈਲਡ ਕੰਟੈਕਟ ਮੈਟਰ ਇਹ ਹੁੰਦਾ ਵੀ ਕਿ ਇਹ ਵੀ ਡਿਵੋਰਸ ਦੇ ਨਾਲ ਹੀ ਕਨੈਕਟਡ ਹੁੰਦਾ। ਆਬਵੀਅਸਲੀ ਜਦੋਂ ਪੇਰੈਂਟਸ ਹੈ, ਹਸਬੈਂਡ ਵਾਈਫ ਸੈਪਰੇਟ ਹੋ ਜਾਂਦੇ ਆ ਤਾਂ ਉਹਨਾਂ ਦੇ ਬੱਚੇ ਹੁੰਦੇ ਆ, ਜਾਂ ਇੱਕ ਬੱਚਾ, 2 ਜਿੰਨੇ ਵੀ ਬੱਚੇ ਆ, ਤਾਂ ਉਹਨਾਂ ਦੇ ਵਿੱਚ ਆਪਸ ਦੇ ਵਿੱਚ ਕੋਈ ਐਗਰੀਮੈਂਟ ਨਹੀਂ ਹੁੰਦਾ ਕਿ ਬੱਚਾ ਕਿਹਦੇ ਨਾਲ ਰਹਿਣਾ ਆ, ਕਿੰਨੀ ਦੇਰ ਰਹਿਣਾ ਆ, ਤਾਂ ਦੂਸਰੇ ਪੇਰੈਂਟ ਦੇ ਨਾਲ ਉਹਨੇ ਟਾਈਮ ਸਪੈਂਡ ਕਰਨਾ ਜਾਂ ਨਹੀਂ ਕਰਨਾ। ਕਈ ਵਾਰੀ ਹਾਲਾਤ ਇੰਨੇ ਖਰਾਬ ਹੋ ਜਾਂਦੇ ਆ ਕਈ ਘਰਾਂ ਦੇ ਵਿੱਚ ਕਿ ਆਬਵੀਅਸਲੀ ਇੱਕ ਦੂਜੇ ਨੂੰ ਮਾਰਨ ਮਰਾਉਣ ਤੱਕ ਜਾਂਦੇ ਆ, ਤਾਂ ਫਿਰ ਕੋਈ ਆਪਸ ਦੇ ਵਿੱਚ ਕੰਸੈਂਟ ਜਾਂ ਐਗਰੀਮੈਂਟ ਕਰਨ ਦਾ ਕੋਈ ਫਾਇਦਾ ਨਹੀਂ ਹੁੰਦਾ। ਤਾਂ ਜਿਹੜੀ ਦੂਸਰੀ ਪਾਰਟੀ ਹੈ ਜਿਹਦੇ ਨਾਲ ਬੱਚੇ ਨਹੀਂ ਰਹਿੰਦੇ, ਉਹਨੂੰ ਫਿਰ ਕੋਰਟ ਨੂੰ ਐਪਲੀਕੇਸ਼ਨ ਲਾਣੀ ਪੈਂਦੀ। ਠੀਕ ਹੈ ਜੀ। ਤਾਂ ਕੋਰਟ ਦੇ ਵਿੱਚ ਜਾ ਕੇ ਤੁਸੀਂ ਕੋਰਟ ਨੂੰ ਐਪਲੀਕੇਸ਼ਨ ਲਾਣੀ ਹੈ ਕਿ ਮੈਂ ਆਪਣੇ ਬੱਚੇ ਦੇ ਨਾਲ ਟਾਈਮ ਸਪੈਂਡ ਕਰਨਾ ਚਾਹੁੰਦਾ ਹਾਂ, ਉਹਨੂੰ ਚਾਈਲਡ ਕੰਟੈਕਟ ਐਪਲੀਕੇਸ਼ਨਸ ਕਿਹਾ ਜਾਂਦਾ। ਅੱਛਾ ਜੀ। ਜੋ ਐਸੇ ਮੈਟਰ ਹੁੰਦੇ ਹੈ ਉਹਨਾਂ ਵਾਸਤੇ ਮੀਡੀਏਸ਼ਨ ਦੀ ਲੋੜ ਹੁੰਦੀ ਹੈ? ਜੀ ਹੁੰਦੀ ਹੈ। ਅੱਛਾ। ਅਨਲੈਸ ਕਿ ਤੁਹਾਡਾ ਮੈਟਰ ਬਹੁਤ ਅਰਜੈਂਟ ਹੈ, ਜਿਹਦੇ ਵਿੱਚ ਡੋਮੈਸਟਿਕ ਵਾਇਲੈਂਸ ਵਗੈਰਾ ਦਾ ਪ੍ਰੋਬਲਮ ਹੈਗੀ ਆ, ਤਾਂ ਅਨਲੈਸ ਇਸ ਤਰ੍ਹਾਂ ਦੀ ਗੱਲ ਆ, ਤਾਂ ਫਿਰ ਜੇ ਤਾਂ ਡੋਮੈਸਟਿਕ ਵਾਇਲੈਂਸ ਵਗੈਰਾ ਇਨਵੋਲਵ ਆ ਤਾਂ ਇਹਦਾ ਮਤਲਬ ਅਰਜੈਂਟ ਮੈਟਰ ਹੈ, ਤਾਂ ਤੁਸੀਂ ਮੀਡੀਏਸ਼ਨ ਕੋਲੇ ਜਾਣ ਦੀ ਜ਼ਰੂਰਤ ਨਹੀਂ ਹੈ। ਠੀਕ ਹੈ। ਮੀਡੀਏਸ਼ਨ ਇੱਕ ਤਰ੍ਹਾਂ ਦੀ ਕਾਉਂਸਲਿੰਗ ਹੁੰਦੀ ਹੈ ਕਿ ਤੁਹਾਨੂੰ ਦੋਨਾਂ ਨੂੰ ਬਿਠਾ ਕੇ ਤੁਹਾਡੀ ਆਪਸ ਵਿੱਚ ਗੱਲ ਕਰਾਉਂਦੇ ਆ। ਠੀਕ ਹੈ। ਪਹਿਲਾਂ ਇੱਕ ਪਾਰਟੀ ਦੀ ਗੱਲ ਸੁਣਦੇ ਆ, ਫਿਰ ਦੂਸਰੀ ਦੀ ਸੁਣਦੇ ਆ ਜੀ। ਤੇ ਜੇ ਉਹਨਾਂ ਨੂੰ ਲੱਗਦਾ ਤੁਹਾਡਾ ਮੈਟਰ ਅਰਜੈਂਟ ਆ ਜਾਂ ਆਪਸ ਵਿੱਚ ਤੁਹਾਡੀ ਨਹੀਂ ਬਣਨੀ, ਤਾਂ ਫਿਰ ਉਹ ਕਹਿ ਦਿੰਦੇ ਆ ਕਿ ਤੁਸੀਂ ਡਾਇਰੈਕਟਲੀ ਕੋਰਟ ਚਲੇ ਜਾਓ। ਠੀਕ ਹੈ ਜੀ। ਤਾਂ ਇਸ ਇੱਕ ਚਾਈਲਡ ਕੰਟੈਕਟ ਮੈਟਰ ਜਾਂ ਫਾਈਨੈਂਸ਼ੀਅਲ ਪ੍ਰੋਸੀਡਿੰਗਸ ਹੋਣ, ਅਸੀਂ ਹਮੇਸ਼ਾ ਐਡਵਾਈਸ ਕਰਦੇ ਹਾਂ ਕਿ ਤੁਸੀਂ ਮੀਡੀਏਸ਼ਨ ਕੋਲੇ ਜ਼ਰੂਰ ਜਾਓ। ਉਹਨਾਂ ਦੀ ਫੀਸ ਕੋਈ ਜ਼ਿਆਦਾ ਨਹੀਂ ਹੁੰਦੀ, 100-150 ਪਾਉਂਡ ਹੁੰਦੀ ਹੈ। ਤਾਂ ਕਈ ਵਾਰੀ ਉਹਦੇ ਨਾਲ ਤੁਹਾਡਾ ਟਾਈਮ ਬਚ ਜਾਂਦਾ, ਪੈਸੇ ਬਚ ਜਾਂਦੇ ਆ, ਕੋਰਟ ਦਾ ਟਾਈਮ ਬਚ ਜਾਂਦਾ ਆ। ਕੋਰਟ ਦਾ ਕਿਉਂਕਿ ਟਾਈਮ ਜਿਹੜਾ ਜੱਜਸ ਆਰ ਹਾਈਲੀ ਪੇਡ ਹੁੰਦੇ ਆ ਨਾ, ਤਾਂ ਇਸ ਕਰਕੇ ਤੁਹਾਡਾ ਟਾਈਮ ਬਚਦਾ, ਕੋਰਟ ਦਾ ਟਾਈਮ ਬਚਦਾ ਹੈ। ਤਾਂ ਇਸੇ ਚੀਜ਼ ਨੂੰ ਟਾਈਮ ਬਚਾਉਣ ਲਈ, ਪਬਲਿਕ ਮਨੀ ਬਚਾਉਣ ਲਈ ਜਿਹੜੀ ਮੀਡੀਏਸ਼ਨ ਨਾਂ ਦੀ ਇੰਸਟੀਟਿਊਸ਼ਨ ਆ ਜਿਹੜੀ, ਇਹਨੂੰ ਬਣਾਇਆ ਗਿਆ। ਠੀਕ ਹੈ ਜੀ। ਸਕਾਈ ਚੈਨਲ 769 ਤੇ ਤੁਸੀਂ ਸੰਗਤ ਟੈਲੀਵਿਜ਼ਨ ਦੇਖ ਰਹੇ ਹੋ। ਸੰਗਤ ਟੈਲੀਵਿਜ਼ਨ ਤੇ ਡੈਲਸਨ ਸਲਿਸਟਰ ਦਾ ਪ੍ਰੋਗਰਾਮ ਆ ਰਿਹਾ ਹੈ। ਤੁਹਾਡਾ ਜੋ ਸਾਥ ਹੈ ਇਸ ਵੇਲੇ ਵਕੀਲ ਦਲਜੀਤ ਜੀ ਦੇ ਨਾਲ ਹੈ। ਦਲਜੀਤ ਜੀ ਦੇ ਨਾਲ ਕੰਟੈਕਟ ਕਰਨ ਵਾਸਤੇ ਤੁਸੀਂ ਸੰਗਤ ਟੈਲੀਵਿਜ਼ਨ ਦਾ ਜਿਹੜਾ ਟੈਲੀਫੋਨ ਨੰਬਰ ਹੈ ਉਹਦੇ ਤੇ ਮੈਸੇजेस ਵੀ ਛੋੜ ਸਕਦੇ ਹੋ, ਟੈਲੀਫੋਨ ਨੰਬਰ ਔਰ ਆਪਣਾ ਨਾਮ ਵੀ ਛੋੜ ਸਕਦੇ ਹੋ। ਸਹੀ ਨਾ ਬਹੁਤ ਸਾਰੇ ਲੋਕ ਨਹੀਂ ਦਿੰਦੇ, ਪਰ ਜਿਹੜਾ ਨਾਂ ਤੁਸੀਂ ਛੋੜੋ ਉਹਨੂੰ ਕਮ ਸੇ ਕਮ ਯਾਦ ਰੱਖੋ, ਕਿਉਂਕਿ ਦਲਜੀਤ ਜੀ ਉਹਨਾਂ ਨੂੰ ਟੈਲੀਫੋਨ ਕਰਨਗੇ। ਐਸਾ ਨਾ ਹੋਵੇ ਟੈਲੀਫੋਨ ਕਰਨ ਤੇ ਤੁਸੀਂ ਅਗੋ ਕਹਿੰਦੇ ਨਹੀਂ ਜੀ ਇਸ ਨਾਂ ਦਾ ਤਾਂ ਇੱਥੇ ਕੋਈ ਬੰਦਾ ਰਹਿੰਦਾ ਹੀ ਨਹੀਂ ਹੈ। WhatsApp ਟੈਕਨੋਲੋਜੀ ਵੀ ਅੱਜ ਕੱਲ੍ਹ ਚੱਲੀ ਹੋਈ ਹੈ, ਉਹਦਾ ਟੈਲੀਫੋਨ ਨੰਬਰ ਵੀ ਹੈ, ਉੱਤੇ ਤੁਸੀਂ ਆਪਣਾ ਮੈਸੇਜ ਵੀ ਛੋੜ ਸਕਦੇ ਹੋ ਤੇ ਉਹਦੇ ਨਾਲ ਆਪਣਾ ਟੈਲੀਫੋਨ ਨੰਬਰ ਵੀ ਛੋੜ ਸਕਦੇ ਹੋ ਉੱਥੇ। ਐਂਡ ਅਪਾਰਟ ਫਰਮ ਦੈਟ ਜਿਹੜੇ 3 ਕਮਿਊਨਿਟੀ ਸੈਂਟਰ ਸੀਗੇ ਉੱਥੇ ਸੋਸ਼ਲ ਡਿਸਟੈਂਸਿੰਗ ਦੀ ਵਜ੍ਹਾ ਕਰਕੇ ਅੱਜ ਕੱਲ੍ਹ ਨਹੀਂ ਜਾ ਰਹੇ हैं, ਤਾਂ ਸਿਰਫ 2 ਹੀ ਰਾਸਤੇ हैं। ਇੱਕ ਤਾਂ ਇਹਨਾਂ ਦੇ ਆਫਿਸ ਤੁਸੀਂ ਆ ਸਕਦੇ ਹੋ ਜੋ ਕਿ ਹਾਲ ਗ੍ਰੀਨ ਦੇ ਵਿੱਚ ਹੈ, ਔਰ ਦੂਸਰਾ ਸੰਗਤ ਟੈਲੀਵਿਜ਼ਨ ਤੇ ਥਰੂ ਤੁਸੀਂ ਇਹਨਾਂ ਨੂੰ ਮਿਲ ਸਕਦੇ ਹੋ। ਦਲਜੀਤ ਜੀ, ਜਦੋਂ ਤਲਾਕ ਹੋ ਜਾਂਦੇ ਆ ਉਹਦੇ ਵਿੱਚ ਵਿਆਹ ਵਾਲੀ ਪ੍ਰਾਪਰਟੀ ਵੀ ਇਨਕਲੂਡਡ ਹੁੰਦੀ ਹੈ, ਮੈਟਰੀਮੋਨੀਅਲ ਜਿਹੜੀ ਹੁੰਦੀ ਹੈ, ਤੇ ਉਹਦਾ ਕੀ ਬਣੇਗਾ? ਉਹ ਕਿਵੇਂ ਡਿਸਟ੍ਰੀਬਿਊਟ ਹੋਏਗਾ? ਹਾਂਜੀ ਵੀ ਉਹ ਮੈਟਰੀਮੋਨੀਅਲ ਪ੍ਰਾਪਰਟੀ ਦਾ ਕੋਈ ਵੀ ਮਸਲਾ ਜਿਹੜਾ ਹੁੰਦਾ ਹੈ ਨਾ, ਉਹ ਪਹਿਲਾਂ ਤਾਂ ਤੁਹਾਨੂੰ ਮੀਡੀਏਸ਼ਨ ਦੇ ਥਰੂ ਹੱਲ ਕਰ ਲੈਣਾ ਚਾਹੀਦਾ। ਠੀਕ ਹੈ ਜੀ। ਤਾਂ ਹੁਣ ਜ਼ਰੂਰੀ ਨਹੀਂ, ਅਸੀਂ ਇਹੀ ਐਡਵਾਈਸ ਕਰਦੇ, ਤੁਸੀਂ ਬੇਸ਼ੱਕ ਤੁਹਾਡਾ ਲੜਾਈ ਝਗੜਾ ਹੋ ਗਿਆ, ਤੁਸੀਂ ਸੈਪਰੇਟ ਹੋ ਗਏ, ਤੁਸੀਂ ਇੱਕ ਦੂਸਰੇ ਨੂੰ ਚਿੱਠੀ ਲਿਖ ਕੇ ਵੀ ਗੱਲ ਕਰ ਸਕਦੇ ਹੋ ਇੱਕ ਦੂਸਰੇ ਨੂੰ, ਤੁਸੀਂ ਸੋਲਿਸਿਟਰ ਦੇ ਥਰੂ ਵੀ ਕਰ ਸਕਦੇ ਹੋ। ਕੋਸ਼ਿਸ਼ ਕਰੋ ਆਊਟ ਆਫ ਕੋਰਟ ਹੈਂਡਲ ਕਰਨ ਦੀ, ਕਿਉਂਕਿ ਕੋਰਟ ਦੇ ਵਿੱਚ ਜਾਣਾ ਫਾਈਨੈਂਸ਼ੀਅਲ ਮੈਟਰ ਲਈ ਬਹੁਤ ਐਕਸਪੈਂਸਿਵ ਹੈ। ਜਿਹੜੇ ਇਸ ਤਰ੍ਹਾਂ ਦੇ ਡਿਵੋਰਸ ਹੋਇਆ ਜਾਂ ਜਿਹੜੇ ਫਾਈਨੈਂਸ਼ੀਅਲ ਮੈਟਰਸ ਹੈਗੇ, ਇਹਨਾਂ ਲਈ ਲੀਗਲ ਏਡ ਨਹੀਂ ਮਿਲਦੀ ਜੀ। ਕਈ ਲੋਕਾਂ ਦੇ ਵਿੱਚ ਇਹ ਗਲਤਫਹਿਮੀ ਆ ਕਿ ਸਾਨੂੰ ਲੀਗਲ ਏਡ ਮਿਲ ਜਾਏਗੀ ਫੈਮਿਲੀ ਕੇਸਿਸ ਲਈ ਜੀ। ਲੀਗਲ ਏਡ ਸਿਰਫ ਡੋਮੈਸਟਿਕ ਵਾਇਲੈਂਸ ਤੇ ਨਾਨ ਮੋਲੈਸਟੇਸ਼ਨ ਆਰਡਰਸ ਦੇ ਲਈ ਮਿਲਦੀ ਆ। ਜੇ ਪ੍ਰੂਵ ਹੋ ਜਾਂਦਾ ਕਿ ਤੁਸੀਂ ਵਿਕਟਮ ਹੈ ਡੋਮੈਸਟਿਕ ਵਾਇਲੈਂਸ ਦੇ, ਫਿਰ ਤੁਹਾਨੂੰ ਲੀਗਲ ਏਡ ਮਿਲਦੀ ਆ, ਉਹ ਵੀ ਸਿਰਫ ਨਾਨ ਮੋਲੈਸਟੇਸ਼ਨ ਜਾਂ ਡੋਮੈਸਟਿਕ ਵਾਇਲੈਂਸ ਕੇਸਿਸ ਦੇ ਵਿੱਚ। ਫਾਈਨੈਂਸ਼ੀਅਲ ਮੈਟਰ ਜਿਹੜੀ ਆ, ਜੇ ਤੁਹਾਡੇ ਕੋਲ ਪ੍ਰਾਪਰਟੀ ਹੈਗੀ ਆ, ਤੁਹਾਨੂੰ ਲੀਗਲ ਏਡ ਨਹੀਂ ਮਿਲਦੀ। ਸਹੀ ਗੱਲ। ਤਾਂ ਇਸ ਕਰਕੇ ਕੋਸ਼ਿਸ਼ ਕਰੋ ਕਿ ਆਪਸ ਦੇ ਵਿੱਚ ਐਗਰੀਮੈਂਟ ਕਰਕੇ ਤੁਸੀਂ ਆਪਣੀ ਪ੍ਰਾਪਰਟੀ ਜਿਹੜੀ 50-50 ਕਰ ਦਿਓ, ਜਾਂ ਸੇਲ ਤੇ ਲਗਾ ਕੇ ਉਹਦੇ ਜਿਹੜੇ ਪ੍ਰੋਸੀਡਸ ਹੈਗੇ ਪ੍ਰਾਪਰਟੀ ਦੇ ਉਹ 50-50 ਕਰ ਲਓ, ਤੇ ਜਾਂ ਤੁਸੀਂ ਮੀਡੀਏਸ਼ਨ ਦੇ ਥਰੂ ਗੱਲਬਾਤ ਕਰਕੇ ਇੱਕ ਜਾਣਾ ਪ੍ਰਾਪਰਟੀ ਰੱਖ ਲਓ, ਦੂਸਰਾ ਉਹਨੂੰ ਅੱਧੇ ਪੈਸੇ ਜਿੰਨੇ ਪੈਸੇ ਹੈ ਉਹ ਦੇ ਦੇਵੇ, ਜਾਂ ਮੋਗੇ ਜਾਂ ਜਿਹੜੀ ਸਪਲਿਟ ਕਰ ਲਓ ਦੋਨਾਂ ਦੇ ਨਾਮ ਤੇ, ਜਾਂ ਜਿਸ ਤਰ੍ਹਾਂ ਵੀ ਤੁਹਾਡਾ ਐਗਰੀਮੈਂਟ ਆ ਤੁਸੀਂ ਸੋਲਿਸਿਟਰ ਦੇ ਥਰੂ ਵੀ ਕਰ ਲਓ,
ਔਰ ਜਾਂ ਮੀਡੀਏਸ਼ਨ ਦੇ ਥਰੂ ਕਰ ਲਓ। ਕੋਸ਼ਿਸ਼ ਕਰੋ ਕਿ ਕੋਰਟ ਦੇ ਚੱਕਰ ਦੇ ਵਿੱਚ ਨਾ ਪਾਓ, ਇੱਕ ਦੂਜੇ ਦੇ ਉੱਪਰ ਮਤਲਬ ਗੰਦ ਉਛਾਲਣ ਦੀ ਬਜਾਏ ਆਪਣਾ ਪੈਸਾ ਟਾਈਮ એનર્ਜੀ ਵੇਸਟ ਕਰਨ ਦੀ ਬਜਾਏ ਬੈਟਰ ਆ ਕਿ ਜੇ ਆਊਟ ਆਫ ਕੋਰਟ ਸੈਟਲਮੈਂਟ ਹੋ ਜਾਏ ਤਾਂ ਜੇ ਨਹੀਂ ਹੁੰਦੀ ਤਾਂ ਫਿਰ ਆਬਵੀਅਸਲੀ ਅਸੀਂ बैठे हैं। बिल्कुल ठीक है। डल्सन सोलिसिटर की माहिर वकील दलजीत जी की इतनी सिंसियर और इतनी डीप बातें होती हैं कि इनके साथ ध्यान लगाते लगाते मेरा सारे दिमाग का फ्यूज़ उड़ जाता है। तुसीं इन्ना कुछ मैंने दस्या, मैंने कुछ भी याद नहीं है। एक बार दोबारा जल्दी जी सारा कुछ फिर दस दो ताकि मैं बाहर जाकर अपने फ्रेंडा भी दसा। अच्छा, ਤੁਸੀਂ ਫਿਰ ਬਾਹਰ ਜਾ ਕੇ ਫਰੈਂਡਾਂ ਨੂੰ ਐਡਵਾਈਸ ਦੇਣੀ ਹੈ? ਹਾਂਜੀ ਹਾਂਜੀ ਵਿੱਕੀ, ਬੇਸਿਕਲੀ ਇਹੀ ਆ ਕਿ ਜਿਹੜਾ ਡਿਵੋਰਸ ਹੈ ਜਾਂ ਚਾਈਲਡ ਕੰਟੈਕਟ ਮੈਟਰ ਹੈ ਜਾਂ ਫਾਈਨੈਂਸ਼ੀਅਲ ਪ੍ਰੋਸੀਡਿੰਗ ਹੈ, ਆਪਸ ਦੇ ਵਿੱਚ ਐਗਰੀਮੈਂਟ ਕਰਕੇ ਜੋ ਵੀ ਤੁਸੀਂ ਕਰ ਸਕਦੇ ਆ ਆਊਟ ਆਫ ਕੋਰਟ ਸੈਟਲਮੈਂਟ, ਇਹ ਬੈਟਰ ਹੈ। ਇਹ ਬੈਟਰ रहेगा। ਹਾਂਜੀ, थैंक यू वेरी मच इंडीड। तुसीं आए और अगले हफ्ते आज के दिन आज ही के समय एक बार फिर डल्सन सोलिसिटर के माहिर वकील तुहाडे नाल होंगे। संगत टीवी ਨੂੰ दिन 24 आवर्स देखते रहो जब तक ਅਸੀਂ वापस मुड़ के ना आइए। ਅਸੀਂ पूरी तरह ऊपर वाले ਨਾਲ दुआ भी करते हैं और आप भी एफर्ट्स करते हैं कि ਤੁਹਾਡੀ ਇਮੀਗ੍ਰੇਸ਼ਨ ਦੀਆਂ, ਫੈਮਿਲੀ ਲੋ ਦੀਆਂ, ਉਹਦੇ ਇਲਾਵਾ ਵਸੀਅਤ ਵਾਲੀਆਂ ਔਰ ਬਾਕੀ ਜਿੰਨੇ ਵੀ ਕਾਨੂੰਨੀ ਪ੍ਰੋਬਲਮਸ ਹੈ ਉਹ ਸਾਰੀਆਂ ਸੌਰਟ ਆਊਟ ਹੋ ਜਾਣ ਔਰ ਤੁਸੀਂ ਬਹੁਤ ਖੁਸ਼ ਹੋ ਜਾਓ। ਅੱਜ ਕੱਲ੍ਹ ਦੇ ਜ਼ਮਾਨੇ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਦੇ ਵਿੱਚ ਡਲसन सोलिसिटर ਤੁਹਾਡੀ ਮਦਦ ਕਰ ਸਕਦੇ हैं। ਡਲसन सोलिसिटर्स के माहिर वकील ਨੂੰ ਮਿਲਣ ਵਾਸਤੇ ਸਿਰਫ ਦੋ ਹੀ ਰਾਸਤੇ हैं। एक तो तुसी संगत टेलीविजन दे रिसैप्शन ते टेलीफोन करो, WhatsApp ते अपना मैसेज छड्डो या फिर जड़ा हॉल ग्रीन दे विच ऑफिस है उत्थे तुसी विजिट करना। अगली मुलाकात तक वास्ते बी सेफ, स्टे होम। थैंक यू वेरी मच। थैंक यू।